ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆਪ ਸਭ ਦਾ ਆਪਣੇ YouTube ਦੇ ਚੈਨਲ ਡੈਲਚ ਲਰਨਿੰਗ ਪੁਆਇੰਟ ਦੇ ਉੱਪਰ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ETT ਕੈਡਰੇ ਦੇ ਲੈਕਚਰ ਨੰਬਰ ਸਾਡਾ 7 ਹੈ ਜੀ, ਮੈਥ ਦਾ, ਜਿਹਦੇ ਵਿੱਚ ਅਸੀਂ ਅੱਜ ਟੌਪਿਕ ਜੋ ਹੈ ਉਹ ਕਰਨਾ ਹੈ ਪੇਅਰ ਆਫ ਇਕੁਏਸ਼ਨਸ, ਮਤਲਬ ਸਮੀਕਰਨਾਂ ਦੇ ਜੋੜੇ। ਸਮੀਕਰਨਾਂ ਦੇ ਜੋੜੇ, ਅਸੀਂ ਸਮੀਕਰਨਾਂ ਦੇ ਜੋੜੇ ਹੱਲ ਕਰਨੇ ਨੇ। ਸਭ ਤੋਂ ਪਹਿਲੀ ਚੀਜ਼ ਹੈ ਕਿ ਸਮੀਕਰਨ ਕੀ ਹੁੰਦੀ ਹੈ, ਤੇ ਉਸ ਤੋਂ ਵੀ ਪਹਿਲੀ ਚੀਜ਼ ਇਹ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ, ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਲਾਈਕ ਵੀ ਜ਼ਰੂਰ ਕਰ ਦਿਓ, ਠੀਕ ਹੈ ਜੀ। ਸੋ ਸਮੀਕਰਨਾਂ ਕੀ ਹੁੰਦੀਆਂ ਨੇ? ਸਮੀਕਰਨਾਂ ਜਿਵੇਂ ਆਪਾਂ ਸਿੱਧੀ ਗੱਲ ਕਰੀਏ ਕਿ x ਬਰਾਬਰ ਮੈਂ 3 ਲਿਖਦਾ, ਇਹ ਵੀ ਇੱਕ ਸਮੀਕਰਨ ਹੈ। x ਬਰਾਬਰ 2 ਲਿਖਦਾ, ਇਹ ਵੀ ਸਮੀਕਰਨ ਹੈ। y ਬਰਾਬਰ 1 ਲਿਖਦਾ, ਇਹ ਵੀ ਸਮੀਕਰਨ ਹੈ। ਸਾਰੀਆਂ ਸਮੀਕਰਨਾਂ ਨੇ ਇਹ, ਪਰ ਜਿਹੜੀ ਸਮੀਕਰਨ ਹੁੰਦੀ ਹੈ ਇਸ ਨੂੰ ਕਿਹਾ ਜਾਂਦਾ ਹੈ ਕਿ ਇੱਕ ਚੱਲ ਵਾਲੀ ਸਮੀਕਰਨ। ਇੱਕ ਚੱਲ ਸਮਝ ਜਿਓ, ਜੋ x ਹੈ ਜਾਂ ਇੱਥੇ y ਹੈ, ਇਹਨਾਂ ਨੂੰ ਅਸੀਂ ਚੱਲ ਕਹਿ ਦਿੰਦੇ ਹਾਂ, ਠੀਕ ਹੈ ਜੀ। ਚੱਲ ਕਹਿ ਲਓ, ਚਰ ਕਹਿ ਦਿਓ, ਠੀਕ ਹੈ। ਚਰ ਵੀ ਕਹਿ ਦਿੰਦੇ, ਜ਼ਿਆਦਾਤਰ ਚਰ ਲਿਖਿਆ ਹੁੰਦਾ, ਚੱਲ ਵੀ ਕਹਿ ਲੈਂਦੇ ਨੇ, ਚਰ ਵੀ ਕਹਿ ਲੈਂਦੇ ਨੇ। ਇੰਗਲਿਸ਼ 'ਚ ਜੇ ਮੈਂ ਗੱਲ ਕਰਾਂ, ਇੰਗਲਿਸ਼ 'ਚ ਇਹਦੇ ਲਈ ਵਰਡ ਹੁੰਦਾ ਜੀ ਵੇਰੀਏਬਲ, ਕਿ ਇਹਦੇ ਕੋਲੇ ਵੇਰੀਏਬਲ ਇੱਕ ਹੈ, ਇਹਦੇ ਕੋਲੇ ਚਰ ਜਿਹੜਾ ਉਹ ਇੱਕ ਹੀ ਹੈ, ਤਾਂ ਅਸੀਂ ਇਹਨੂੰ ਕਹਿੰਦੇ ਹਾਂ ਇੱਕ ਚਰ ਵਾਲੀ ਸਮੀਕਰਨ। ਸਮੀਕਰਨ ਹੁੰਦਾ ਕਿ ਤੁਸੀਂ ਕਿਸੇ ਚੀਜ਼ ਦੇ ਸਾਹਮਣੇ ਕਿਸੇ ਨੂੰ ਰੱਖਤਾ ਤੇ ਮੁੜ ਕੇ ਦੇਖਦੇ ਹੋ ਕਿ ਉਹ ਕੀ ਬਣੀ। ਸੋ ਉਹ ਕੀ ਬਣੀ ਉਹਨੂੰ ਅਸੀਂ ਸਮੀਕਰਨ ਕਹਿੰਦੇ ਹਾਂ, ਵੀ ਇਹ ਇੱਕ ਕਨਫਿਊਜ਼ਨ ਸੀ, ਇਹ ਕੀ ਬਣੀ ਉਹਨੂੰ ਦੇਖਣਾ, ਬਸ ਇਹ ਚੀਜ਼ ਹੁੰਦੀ ਹੈ ਸਮੀਕਰਨ। ਸੋ ਇਹ ਇੱਕ ਚਰ ਵਾਲੀ ਹੈ ਜੀ। ਅਗਰ ਇਸੇ ਤਰੀਕੇ ਨਾਲ ਮੈਂ ਦੇਖਾਂ x + 2y ਬਰਾਬਰ, ਮੰਨ ਲਓ ਮੈਂ 4 ਲਿਖਦਾ, ਤਾਂ ਹੁਣ ਇਹ 2 ਆ ਗਏ, x ਵੀ ਆ ਗਿਆ ਤੇ y ਵੀ ਆ ਗਿਆ। ਸੋ ਇਸੇ ਨੂੰ ਕੀ ਕਿਹਾ ਜਾਂਦਾ ਜੀ, 2 ਚਰ ਵਾਲੀ ਸਮੀਕਰਨ, ਜਾਂ 2 ਵੇਰੀਏਬਲਸ ਦੇ ਵਿੱਚ ਜਿਹੜੀ ਹੈ ਉਹ ਆ ਗਈ ਹੈ। ਸਮੀਕਰਨ ਨੂੰ ਇੰਗਲਿਸ਼ 'ਚ ਕਹਿ ਦਿੰਦੇ ਨੇ ਜੀ ਇਕੁਏਸ਼ਨਸ। ਤੋਂ ਇਹ ਹੋ ਗਈ ਜੀ 2 ਵੇਰੀਏਬਲ ਦੀ ਇਕੁਏਸ਼ਨ, 2 ਚਰ ਵਾਲੀ ਇਕੁਏਸ਼ਨ, ਜੋ ਮੈਂ ਇਹ ਲਿਖਤੀ ਤੁਹਾਡੇ ਕੋਲੇ, ਠੀਕ ਹੈ ਜੀ। ਸਿੰਪਲ ਜੀ ਗੱਲ, ਸਿੰਪਲ ਸਾਦੀ ਸੋਬਰ ਜੀ। ਹੁਣ ਗੱਲ ਆਉਂਦੀ ਹੈ ਵੀ ਸਮੀਕਰਨਾਂ ਦੇ ਹੱਲ ਕੀ ਹੋਣਗੇ। ਪਰ ਸਮੀਕਰਨਾਂ ਦੇ ਹੱਲ ਤੋਂ ਪਹਿਲਾਂ ਸਾਡਾ ਪੇਪਰ ਹੈ ਕੰਪੀਟੀਟਿਵ, ਹੈ ਨਾ। ਸਾਡਾ ਪੇਪਰ ਕਿਹੜਾ ਹੈ? ਕੰਪੀਟੀਟਿਵ, ਜਿਹਦੇ 'ਚ ਜ਼ਰੂਰੀ ਨਹੀਂ ਵੀ ਸਮੀਕਰਨਾਂ ਦੇ ਹੱਲ ਹੀ ਪੁੱਛੇ ਜਾਣ, ਕਿਉਂਕਿ ਸਮੀਕਰਨਾਂ ਦੇ ਹੱਲ ਕਰਨ 'ਤੇ ਕਈ ਵਾਰੀ ਸਮਾਂ ਲੱਗ ਜਾਂਦਾ ਹੈ ਉਹਨੂੰ ਸੋਲਵ ਕਰਨ 'ਤੇ। ਪਰ ਜੋ ਚੀਜ਼ਾਂ ਆਪਾਂ ਜਿਹਦੇ ਵਿੱਚ ਕਰਨੀਆਂ ਨੇ, ਜਾਂ ਜੋ ਚੀਜ਼ਾਂ ਪੇਪਰ ਦੇ ਲਈ ਰਿਕੁਆਇਰਡ ਨੇ, ਉਹਦੇ ਵਿੱਚ ਬਹੁਤ ਬੇਸਿਕ ਵੀ ਚੀਜ਼ਾਂ ਆ ਸਕਦੀਆਂ ਨੇ। ਤਾਂ ਇਸ ਦੇ ਲਈ ਆਪਾਂ ਬਹੁਤ ਬੇਸਿਕ ਚੀਜ਼ਾਂ ਵੀ ਕਰਨੀਆਂ ਨੇ। ਉਹਦੇ ਲਈ ਹੋ ਸਕਦਾ ਪੇਪਰ 'ਚ ਬਹੁਤ ਸਿੰਪਲ ਜਿਹਾ ਕੁਐਸਚਨ ਪੁੱਛਿਆ ਹੋਵੇ, ਔਰ ਅਸੀਂ ਇੱਥੋਂ ਦੀ ਜ਼ਿਆਦਾਤਰ ਕੀ ਹੁੰਦਾ ਹੈ ਕਿ ਬੱਚੇ ਜਿਹੜੇ ਇਹ ਸਮੀਕਰਨਾਂ ਦੇ ਹੱਲ ਕੱਢਣੇ ਸਿੱਖ ਕੇ ਚਲੇ ਜਾਂਦੇ ਨੇ। ਸੋ ਇਦਾਂ ਨਹੀਂ ਕਰਨਾ, ਠੀਕ ਹੈ ਜੀ। ਸੋ ਆਪਾਂ ਪਹਿਲਾਂ ਇਹਦੇ ਕੁਝ ਬੇਸਿਕ ਜਿਹੇ ਕਨਸੈਪਟ ਕਰਦੇ ਹਾਂ। ਜਿਵੇਂ ਸਭ ਤੋਂ ਪਹਿਲਾਂ ਆਪਾਂ ਇੱਕ ਗ੍ਰਾਫ ਬਣਾਉਣਾ ਥੋੜਾ ਜਿਹਾ ਦੇਖਦੇ ਹਾਂ। ਬਿਲਕੁਲ 3-4 ਮਿੰਟ ਦਾ ਕੰਮ ਹੋਏਗਾ ਗ੍ਰਾਫ ਦਾ। ਪਹਿਲਾਂ ਤੁਸੀਂ ਇਹਦੇ ਤੇ ਸਮਾਂ ਜਾਂ ਬਿਤਾਓ ਗ੍ਰਾਫ ਦੇ ਉੱਤੇ, ਫਿਰ ਆਪਾਂ ਇਸ ਨੂੰ ਅੱਗੇ ਜਿਹੜਾ ਲੈ ਕੇ ਜਾਵਾਂਗੇ। ਗ੍ਰਾਫ ਕੀ ਹੈ ਜੀ? ਬੇਸਿਕ ਚੀਜ਼। ਜਿਵੇਂ ਇਹ 2 ਅਸੀਂ ਲਾਈਨਾਂ ਖਿੱਚਣੀਆਂ, ਇੱਥੇ ਅਸੀਂ ਕਹਿ ਦਿੰਦੇ ਹਾਂ ਜੀ x ਤੁਰਾ ਹੈ। x ਤੁਰਾ ਮਾਨੇ x ਐਕਸਿਸ ਹੈ, ਤੇ ਇੱਥੇ ਅਸੀਂ ਕਹਿ ਦਿੰਦੇ ਹਾਂ ਜੀ ਕਿ y ਤੁਰਾ ਹੈ, ਮਤਲਬ y ਐਕਸਿਸ ਹੈ, ਠੀਕ ਹੈ ਜੀ। ਤੇ ਇੱਥੇ ਅਸੀਂ ਕਹਿੰਦੇ ਹਾਂ ਜੀ O ਹੈ, O ਮਾਨੇ 0, O ਮਾਨੇ 0 ਹੈ। ਇਹ ਵੱਡਾ O ਹੈ ਜੀ, ਇਹਨੂੰ ਅਸੀਂ ਪੁਆਇੰਟਾਂ ਵਾਈਜ਼ ਕਹਿੰਦੇ ਹਾਂ 0,0, ਕਿਉਂਕਿ ਅਸੀਂ ਜਿਸ ਗ੍ਰਾਫ ਤੇ ਬੈਠੇ ਹਾਂ ਇੱਥੇ ਇੱਕ ਲਾਈਨ ਨਹੀਂ ਚੱਲ ਰਹੀ। ਜਿਵੇਂ ਅਸੀਂ ਗਿਣਤੀ ਕਰਦੇ ਹਾਂ 0 1 2, ਸੋ ਇਹ ਇੱਕ ਲਾਈਨ ਹੁੰਦੀ ਹੈ। ਜਦੋਂ ਹੁਣ ਤੁਸੀਂ ਇੱਥੇ ਇੱਕ ਲਾਈਨ ਲਗਾਈ ਤਾਂ ਗਿਣਤੀ ਇੱਥੇ ਵੀ ਚੱਲ ਰਹੀ ਹੈ 0 1 2। ਤੇ ਅਗਰ ਤੁਹਾਡਾ ਕੋਈ ਪੁਆਇੰਟ ਇੱਥੇ ਜਾਏਗਾ ਤਾਂ ਇੱਥੇ ਇਹ x ਦੂਰੀ ਜਿਹੜੀ ਚੱਲ ਕੇ ਆਇਆ ਹੈ ਪੁਆਇੰਟ, ਤਾਂ ਇੱਥੇ ਪਹਿਲਾ ਪੁਆਇੰਟ x ਲੱਗਦਾ ਹੈ, ਤੇ ਇੱਥੇ ਪੁਆਇੰਟ ਇੰਨਾ ਉੱਚਾ ਸੀ ਤੇ ਇੱਥੋਂ ਦੀ y ਤੇ ਕਿੰਨੀ ਉੱਚ ਗਿਆ ਹੈ, ਤੇ ਇੱਥੇ y ਦਾ ਪੁਆਇੰਟ ਆਉਂਦਾ ਹੈ। ਤਾਂ ਕਰਕੇ ਅਸੀਂ ਇੱਥੇ x ਤੇ ਕੋਮਾ y ਪਾਉਣੇ ਹੁੰਦੇ ਆ। ਇਹਦਾ ਮਤਲਬ ਜਦੋਂ ਇਹ ਇਸ ਜਗ੍ਹਾ ਤੇ ਹੈ ਤਾਂ ਇੱਥੇ ਪੁਆਇੰਟ ਕੱਲਾ 0 ਨਹੀਂ ਹੋਏਗਾ, 0,0 ਹੋਏਗਾ। ਇੱਥੇ x ਵੀ 0 ਹੈ ਤੇ y ਵੀ 0 ਹੈ। ਇਸ 0,0 ਨੂੰ ਇੰਗਲਿਸ਼ ਦੇ ਵਿੱਚ ਤਾਂ ਜੀ ਆਪਾਂ ਕਹਿੰਦੇ ਆ ਓਰੀਜਨ, ਤੇ ਇਸ 0,0 ਨੂੰ ਪੰਜਾਬੀ 'ਚ ਅਸੀਂ ਕਹਿ ਦਿੰਦੇ ਹਾਂ ਜੀ ਮੂਲ ਬਿੰਦੂ। ਇਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਮੂਲ ਬਿੰਦੂ, ਤੇ ਇੰਗਲਿਸ਼ 'ਚ ਕਹਿ ਦਿੰਦੇ ਹਾਂ ਓਰੀਜਨ। ਪਹਿਲੀ ਚੀਜ਼ ਇਹ ਸਮਝਣੀ। ਦੂਸਰਾ, ਹੁਣ ਮੈਂ ਤੁਹਾਨੂੰ ਇਹ ਵੀ ਦੱਸ ਹੀ ਦਿੱਤਾ ਨਾਲ ਹੀ, ਪੁਆਇੰਟ ਪਲੋਟ ਕਿਵੇਂ ਹੁੰਦੇ? ਪਲੋਟ ਕਰਨਾ, ਉਹਨੂੰ ਛਾਪਣਾ ਉੱਥੇ, ਉਹਦੇ ਉੱਤੇ ਗ੍ਰਾਫ ਦੇ ਉੱਤੇ ਦਿਖਾਉਣਾ। ਸੋ ਮੰਨ ਲਓ ਮੈਂ ਹੁਣ ਗ੍ਰਾਫ ਬਣਾਵਾਂ, ਗ੍ਰਾਫ ਤੇ ਉਹ ਮੈਨੂੰ ਕਹਿੰਦਾ ਜੀ 2,1 ਦਿਖਾਓ ਕਿੱਥੇ ਹੈ। ਸੋ ਇਹ ਮੈਨੂੰ ਦੱਸਣ ਦੀ ਸ਼ਾਇਦ ਇੰਨੀ ਲੋੜ ਨਹੀਂ ਕਿ x ਪਲੱਸ ਇਹ ਪੂਰੀ ਲਾਈਨ x ਹੈ, ਤੇ x ਦਾ ਪਲੱਸ ਵਾਲਾ ਹਿੱਸਾ ਇੱਧਰ ਹੈ, ਤੇ 0 ਤੋਂ ਇਹ ਮਾਈਨਸ ਵਾਲੀਆਂ ਰਕਮਾਂ ਇੱਧਰ ਨੇ,
ਵਾਈ ਦੇ ਪਲੱਸ ਵਾਲੀਆਂ ਰਕਮਾਂ ਉੱਪਰ ਨੇ ਤੇ ਵਾਈ ਦੀਆਂ ਮਾਈਨਸ ਵਾਲੀਆਂ ਰਕਮਾਂ ਨੀਚੇ ਨੇ। ਜਿਵੇਂ ਕਹਿੰਦਾ 2,1 ਗ੍ਰਾਫ ਦੇ ਉੱਤੇ ਲਗਾਓ। ਸੋ ਮੈਂ 2,1 ਕਿਵੇਂ ਲਗਾਊਂਗਾ? ਆ ਰਿਹਾ 1, ਆ ਰਿਹਾ 2, ਇੱਥੇ 2 ਆ ਗਿਆ। ਵਾਈ ਕਿਆ ਸੀ 1, ਵਾਈ ਹੈ ਵਾਈ 1, ਸੋ x2 ਵਾਈ 1 ਇੱਥੇ ਆ ਗਿਆ। ਸੋ ਆਹ ਵਾਲਾ ਪੁਆਇੰਟ ਆ ਰਿਹਾ। ਸੋ ਇਸ ਤਰੀਕੇ ਨਾਲ ਦਿਖਾਏ ਜਾਂਦੇ ਨੇ, ਪਰ ਪੇਪਰ 'ਚ ਇਹ ਕੁਐਸਚਨ ਨਹੀਂ ਆਏਗਾ। ਪੇਪਰ 'ਚ ਗ੍ਰਾਫ ਦੇ ਬੇਸ ਤੇ ਜੋ ਕੁਐਸਚਨ ਆਉਣਾ ਉਹ ਮੈਂ ਡਿਸਕਸ ਕਰਦਾ। ਜਿਵੇਂ ਹੁਣ ਇੱਕ ਚਰ ਵਾਲੀ ਸਮੀਕਰਨ ਹੈ, x ਬਰਾਬਰ 3 ਹੈ ਮੰਨ ਲਓ, ਠੀਕ ਹੈ ਜੀ। ਹੁਣ ਮੰਨ ਲਓ ਮੈਂ ਗ੍ਰਾਫ ਬਣਾਇਆ, ਆ ਮੇਰਾ ਗ੍ਰਾਫ ਹੈ, ਇੱਥੇ ਮੈਂ x ਰੱਖਤਾ ਜੀ, ਇੱਥੇ ਮੈਂ y ਰੱਖਤਾ। ਉਹ ਕਹਿੰਦਾ x = 3 ਲੈਣਾ ਹੈ, ਮਤਲਬ ਆ ਰਿਹਾ 1, ਆ ਰਿਹਾ 2, ਆ ਰਿਹਾ 3। ਹੁਣ ਇੱਥੇ ਉਹਨੇ y ਦੀ ਤਾਂ ਵੈਲਿਊ ਨਹੀਂ ਦਿੱਤੀ ਨਾ ਮੈਨੂੰ, x ਨੂੰ 3 ਲੈਣਾ, ਤਾਂ ਮੇਰਾ x ਤਾਂ ਸਾਰਾ ਹੀ ਹੋ ਗਿਆ ਨਾ, ਮੈਂ ਕੁਝ ਵੀ ਲੈ ਸਕਦਾ 3। ਅਗਰ ਉਹ ਕਹਿੰਦਾ y 1 ਲੈਣਾ ਫਿਰ ਤਾਂ ਮੇਰਾ ਪੁਆਇੰਟ ਆ ਹੁੰਦਾ। ਹੁਣ y ਮੈਂ ਕੁਝ ਵੀ ਲੈ ਸਕਦਾ, x 3 ਹੈ ਨਾ, y ਤਾਂ ਕੁਝ ਵੀ ਹੋ ਸਕਦਾ ਹੈ। ਤਾਂ ਇਹਦਾ ਮਤਲਬ ਇਹ ਨਹੀਂ ਵੀ y ਉਹਨੇ ਦਿੱਤਾ ਨਹੀਂ ਤਾਂ y ਕੁਝ ਨਹੀਂ ਹੋਈ, ਮਤਲਬ ਅਸੀਂ ਕਿਸੇ ਇੱਕ ਸਪੈਸੀਫਿਕ ਪੁਆਇੰਟ ਤੇ ਜਾ ਕੇ ਲਾ ਦਾਂਗੇ ਵੀ x = 3 ਆ ਸੇ, ਐ ਨਹੀਂ ਹੁੰਦਾ। ਗੱਲ ਸਮਝ ਰਹੇ ਹੋ? ਜੇਕਰ ਉਹ ਕਹਿ ਰਹੇ ਨਾ x = 3 ਤਾਂ x = 3 ਦਾ ਮਤਲਬ ਆ ਨਹੀਂ ਹੁੰਦਾ। ਅਸੀਂ ਕੋਈ ਇਸ ਤਰੀਕੇ ਦੀ ਰੇਖਾ ਤੇ ਨਹੀਂ ਬੈਠੇ 0 1 2 3 ਤੇ ਉਹ ਸਾਨੂੰ ਪੁੱਛ ਰਿਹਾ x = 3। ਜੇਕਰ ਅਸੀਂ ਉਸ ਨੂੰ ਇਸ ਗ੍ਰਾਫ ਦੇ ਅਕੋਰਡਿੰਗ ਦੱਸਣਾ ਹੈ ਨਾ, ਤਾਂ ਅਸੀਂ ਇਹ ਕਹਿਣਾ ਕਿ x = 3 ਆ ਨਹੀਂ ਹੈਗਾ, ਆ ਲਾਈਨ ਹੈ ਪੂਰੀ x = 3 ਦੀ। ਤਾਂ ਇਹ ਗ੍ਰਾਫ, ਇਹਨੂੰ 2D ਗ੍ਰਾਫ ਅਸੀਂ ਕਹਿ ਦਿੰਦੇ ਹਾਂ। ਤਾਂ ਇਹ ਹੁੰਦਾ ਸੀ ਸਿੰਗਲ ਗ੍ਰਾਫ, ਮਤਲਬ ਸਿੰਗਲ ਗ੍ਰਾਫ ਸੀ, ਇਕੱਲਾ ਇੱਕ ਸਿੰਗਲ ਲਾਈਨ ਸੀ। ਹੁਣ ਜਦੋਂ ਅਸੀਂ ਇਸ ਗ੍ਰਾਫ ਤੇ ਗਏ ਆ, ਇਸ ਗ੍ਰਾਫ ਦੇ ਉੱਤੇ x = 3 ਦਾ ਮਤਲਬ ਇਹ ਨਹੀਂ ਹੁੰਦਾ ਕਿ x 3 ਤੇ ਜਾ ਕੇ ਬਿੰਦੂ ਲਾ ਦਿਓ। ਇਹ ਹੁੰਦਾ ਕਿ ਪੂਰੀ ਦੀ ਪੂਰੀ ਲਾਈਨ ਖਿੱਚਣੀ ਹੁੰਦੀ ਹੈ ਤੁਸੀਂ ਕਿ ਇਹ x = 3 ਦੀ ਲਾਈਨ ਹੈ। ਤੇ y ਤੁਸੀਂ ਜੋ ਵੀ ਭਰੋਗੇ, ਜੇ ਤੁਸੀਂ ਕਹਿਤਾ y ਆ ਲੈਣਾ ਤਾਂ ਅਸੀਂ ਕਹਿ ਦਾਂਗੇ ਫਿਰ ਉਹ ਪੁਆਇੰਟ ਆ ਹੈ। ਅਗਰ ਤੁਸੀਂ y ਨਹੀਂ ਦੇ ਰਹੇ, ਇਹਦਾ ਮਤਲਬ x = 3 ਪੂਰੀ ਦੀ ਪੂਰੀ ਲਾਈਨ ਹੀ ਹੋਏਗੀ, ਠੀਕ ਹੈ ਜੀ। ਅਗਰ ਉਹ ਕੱਲ ਨੂੰ ਕਹਿ ਦਿੰਦਾ ਜੀ y = 1 ਲੈਣਾ ਹੈ, ਇਹਦੀ ਲਾਈਨ ਖਿੱਚੋ, ਤਾਂ y ਇੱਥੇ 1 ਹੁੰਦਾ। ਸੋ ਅਸੀਂ ਇੱਥੇ ਆ ਪੂਰੀ ਦੀ ਪੂਰੀ ਲਾਈਨ ਖਿੱਚ ਦਾਂਗੇ। ਸੋ ਇਹ y = 1 ਦੀ ਲਾਈਨ ਹੋ ਜਾਏਗੀ। ਹੁਣ x ਉਹਨੇ ਕੁਝ ਨਹੀਂ ਦਿੱਤਾ ਯਾਰ, x ਜੋ ਮਰਜ਼ੀ ਲੈ ਲਓ ਤੁਸੀਂ। ਅਗਰ ਉਹ ਕਹੇਗਾ ਕਿ x 2 ਲੈਣਾ ਤਾਂ ਫਿਰ ਅਸੀਂ ਕਹਾਂਗੇ ਪੁਆਇੰਟ ਆ ਰਿਹਾ। ਕਲੀਅਰ ਹੈ ਜੀ ਪਹਿਲੀ ਚੀਜ਼। ਦੂਸਰੀ ਚੀਜ਼ ਹੁਣ ਮੈਂ ਜਿਹੜੀ ਇੱਥੇ ਦੱਸਦਾ, ਦੂਸਰੀ ਇੱਕ ਚੀਜ਼ ਕੀ ਹੁੰਦੀ ਹੈ, ਇੱਕ ਤੁਸੀਂ ਵਰਡ ਨੂੰ ਨਾ ਹੁਣ ਬਹੁਤ ਚੰਗੇ ਤਰੀਕੇ ਨਾਲ ਯਾਦ ਕਰ ਲਓ। ਸਮਾਨਾਂਤਰ ਜਾਂ ਇੰਗਲਿਸ਼ ਦੇ ਵਿੱਚ ਵਰਡ ਹੁੰਦਾ ਪੈਰਲਲ। ਸਮਾਨਾਂਤਰ ਜਾਂ ਪੈਰਲਲ ਵਰਡ ਜਿਹੜਾ ਹੁਣ ਤੁਸੀਂ ਯਾਦ ਕਰ ਲਓ। ਇਹਦਾ ਕੀ ਹੁੰਦਾ, ਜਿਵੇਂ ਰੇਲ ਦੀਆਂ ਪਟਰੀਆਂ ਨੇ ਨਾ, ਉਹ ਪੈਰਲਲ ਹੁੰਦੀਆਂ ਨੇ। ਇਹ ਵਾਲੀਆਂ ਰੇਲ ਦੀਆਂ ਪਟਰੀਆਂ ਨੇ, ਇਹ ਦੋਨੋਂ ਸਮਾਨਾਂਤਰ ਨੇ। ਸਮਾਨਾਂਤਰ ਸਮਝਦੇ ਹੋ ਜੀ ਕਿ ਇਹਨਾਂ ਦੇ ਵਿੱਚ ਦਾ ਅੰਤਰ ਜਿਹੜਾ ਹੈ ਹਮੇਸ਼ਾ ਸਮਾਨ ਰਹੇਗਾ। ਇਹਨਾਂ ਦੇ ਵਿੱਚ ਦਾ ਅੰਤਰ ਜੋ ਹੈ ਹਮੇਸ਼ਾ ਸਮਾਨ ਰਹੇਗਾ ਤੇ ਉਹ ਆਮੋ ਸਾਹਮਣੇ ਚੱਲੀਆਂ ਜਾ ਰਹੀਆਂ ਨੇ ਇਸ ਤਰੀਕੇ ਨਾਲ, ਠੀਕ ਹੈ ਜੀ। ਸੋ ਰੇਲ ਦੀ ਪਟਰੀ ਦੀ ਬੈਸਟ ਉਦਾਹਰਨ ਹੁੰਦੀ ਸਮਾਨਾਂਤਰ ਦੀ ਤੇ ਪੈਰਲਲ ਦੀ। ਹੁਣ ਪੁੱਛ ਲੈਂਦੇ ਆ ਕੁਐਸਚਨ ਕਿ x = 3 ਵਾਲੀ ਜਿਹੜੀ ਲਾਈਨ ਹੈ ਉਹ ਕਿਹਦੇ ਸਮਾਨਾਂਤਰ ਹੈ? x ਧੁਰੇ ਦੇ ਸਮਾਨਾਂਤਰ ਹੈ ਕਿ y ਧੁਰੇ ਦੇ ਸਮਾਨਾਂਤਰ ਹੈ? ਸੋ ਸਾਨੂੰ ਲੱਗ ਰਿਹਾ ਪਤਾ ਕਿ x = 3 ਜਿਹੜਾ ਸੀ ਆਹ ਲਾਈਨ ਸੀਗੀ ਤੇ ਇਹ ਕਿਹਦੇ ਸਮਾਨਾਂਤਰ ਹੈ? y ਦੇ ਸਮਾਨਾਂਤਰ ਚੱਲ ਰਹੀ ਇਹਦੇ। ਸੋ ਉੱਥੇ ਅਸੀਂ ਜੇਕਰ ਆਪਸ਼ਨਾਂ 'ਚ ਪੁੱਛਦੇ ਨੇ ਕਿ x = 3 ਜਿਹੜਾ ਹੈ ਉਹ ਕਿਹਦੇ ਸਮਾਨਾਂਤਰ ਹੈ, ਸੋ ਅਸੀਂ ਕਹਿਣਾ y ਦੇ ਸਮਾਨਾਂਤਰ ਹੈ। ਤੇ y = 1 ਕਿਹਦੇ ਸਮਾਨਾਂਤਰ ਸੀ? ਇਹ ਸੀਗੀ x ਧੁਰੇ ਦੇ ਸਮਾਨਾਂਤਰ। ਸੋ ਅਸੀਂ ਕਹਿਣਾ y = 1 x ਧੁਰੇ ਦੇ ਸਮਾਨਾਂਤਰ ਹੈਗੀ ਹੈ। ਇਹ ਚੀਜ਼ ਹੈਗੀ ਹੈ ਜੀ। ਕਲੀਅਰ ਹੈ ਜੀ। ਦੂਸਰੀ ਚੀਜ਼, ਜਦੋਂ ਗੱਲ ਕੱਲੀ x ਧੁਰੇ ਦੀ ਕੀਤੀ ਜਾਂਦੀ ਹੈ ਨਾ ਜੀ, ਜਦੋਂ ਗੱਲ ਕੱਲੀ x ਧੁਰੇ ਦੀ ਕੀਤੀ ਜਾਂਦੀ, ਮਤਲਬ ਜਿਵੇਂ ਆਪਾਂ ਇਹ ਕੀਤਾ ਸੀ x = 3, x = 3, ਤਾਂ x ਧੁਰੇ ਤੇ ਇਹ x ਧੁਰੇ ਦੀ ਗੱਲ ਕੀਤੀ, ਹਾਲਾਂਕਿ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਜੋ ਮੈਂ ਗੱਲ ਕਰਨ ਜਾ ਰਿਹਾ। x ਧੁਰੇ ਤੇ y 0 ਹੀ ਹੁੰਦਾ ਹੈ, y 0 ਹੀ ਹੁੰਦਾ ਹੈ। x ਧੁਰੇ ਦੇ ਉੱਤੇ y ਕੀ ਹੁੰਦਾ ਜੀ? 0 ਹੁੰਦਾ। ਕਿਵੇਂ 0 ਹੁੰਦਾ? ਮੰਨ ਲਓ ਤੁਸੀਂ x ਧੁਰੇ ਦੇ ਉੱਤੇ ਕੋਈ, ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਜਿਵੇਂ ਮੈਂ ਹੁਣ ਇੱਥੇ ਮੈਂ ਆਪਦੀ ਗੱਲ ਨੂੰ ਇਹਦੇ ਉੱਪਰ ਮੈਂ ਸ਼ੋ ਕਰਦਾ। ਇਹ ਲਾਈਨ ਆਪਾਂ ਬਣਾਈ ਸੀ x = 3 ਦੀ। ਇੱਥੇ ਮੈਂ ਤੁਹਾਨੂੰ ਕਿਹਾ ਕਿ x = 3 ਆਹ ਵਾਲੀ ਲਾਈਨ ਹੈ ਸਿੱਧੀ ਪੂਰੀ। ਇੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ x = 3 ਆ ਹੈ। ਜੇ ਤੁਸੀਂ ਇਹ ਕਹਿਣਾ ਨਾ ਵੀ x = 3 ਹੈ, ਤਾਂ ਉਹਨੇ ਜੇਕਰ ਇਹ ਸਪੈਸੀਫਿਕ ਲਿਖਿਆ ਹੋਵੇ ਵੀ x ਧੁਰੇ ਦੇ ਉੱਤੇ ਦੱਸੋ 3 ਕਿੱਥੇ ਹੈ, ਤਾਂ x ਧੁਰੇ ਦੇ ਉੱਤੇ 3 ਇੱਥੇ ਹੈ ਤੇ ਉੱਥੇ ਸਪੈਸੀਫਿਕ ਫਿਰ y 0 ਹੋ ਜਾਂਦਾ ਹੈ। ਇੱਥੇ ਇਹ ਕਹਿਣਾ ਚਾਹ ਰਹੇ ਕਿ x ਧੁਰੇ ਦੇ ਉੱਤੇ y 0 ਹੁੰਦਾ। x ਵਾਲੀ ਜੋ ਲਾਈਨ ਹੈ ਨਾ, ਇਹ ਵਾਲੀ ਜੋ x ਦੀ ਲਾਈਨ ਹੈ, ਇੱਥੇ y 0 ਹੁੰਦਾ। ਅਗਰ ਤੁਸੀਂ ਸਪੈਸੀਫਿਕ ਇੱਥੇ ਕੋਈ ਪੁਆਇੰਟ ਚੱਕਣਾ ਚਾਹੋਗੇ ਨਾ, ਤਾਂ ਇੱਥੇ x ਮੰਨ ਲਓ 0.5 ਹੈ, ਤਾਂ x 0.5 ਤਾਂ ਹੋ ਗਿਆ, ਪਰ ਇੱਥੇ ਤੁਹਾਨੂੰ ਨਾਲ ਦੱਸਣਾ ਪਏਗਾ ਵੀ y 0 ਲੈ ਲਿੱਤਾ ਗਿਆ ਨਾਲ ਦੇ ਨਾਲ, ਕਿਉਂਕਿ ਪੁਆਇੰਟ ਤਾਂ ਆਇਆ ਇੱਥੇ y ਦੀ ਵੈਲਿਊ ਵੀ ਦੱਸੀ ਜਾ ਚੁੱਕੀ ਹੈ। ਅਗਰ ਤੁਸੀਂ x = ਕੱਲੀ ਇਹਦੀ ਗੱਲ ਕਰੋਗੇ ਫਿਰ ਉਹ ਪੂਰੀ ਦੀ ਪੂਰੀ ਲਾਈਨ ਹੀ ਆਏਗੀ। ਗੱਲ ਲੱਗੀ ਸਮਝ? ਤਾਂ ਉਹ ਇਹ ਪੁੱਛ ਲੈਂਦੇ ਨੇ ਕਿ x = 0.5 x ਧੁਰੇ ਤੇ ਕੀ ਹੋਏਗਾ, ਫਿਰ ਤੁਸੀਂ ਐਂ ਦੱਸਣਾ ਉਹਦਾ ਵੀ ਆ ਸੇ,
ਕਿਉਂਕਿ x ਧੁਰੇ ਤੇ y 0 ਹੁੰਦਾ ਹੈ। ਸੋ ਜਦੋਂ ਹੀ ਉਹਨੇ ਗੱਲ ਕਰਤੀ ਨਾ x ਧੁਰੇ ਤੇ, ਧੁਰਾ ਨਾਲ ਵਰਡ ਯੂਜ਼ ਕਰਤਾ, x ਐਕਸਿਸ ਵਰਡ ਨਾਲ ਯੂਜ਼ ਕਰਤਾ, ਦੈਟ ਮੀਨਸ ਉਹ ਕਹਿ ਰਿਹਾ ਕਿ y 0 ਲੈਣਾ ਹੈ। ਠੀਕ ਹੈ ਜੀ। ਅਗਰ ਉਹ ਕਹਿੰਦਾ ਵੀ y ਐਕਸਿਸ ਵਰਡ ਉਹਨੇ ਯੂਜ਼ ਕਰ ਲਿਆ ਤੇ y ਧੁਰਾ ਉਹਨੇ ਲਿਖਤਾ, ਇਹਦਾ ਮਤਲਬ ਤੁਸੀਂ ਆਟੋਮੈਟਿਕਲੀ ਲੈ ਕੇ ਚੱਲਣਾ ਵੀ ਉਹਨੇ x 0 ਮੈਨੂੰ ਕਹਿਤਾ। ਠੀਕ ਹੈ ਨਾ। ਜਿਵੇਂ y ਇਕੁਅਲ ਟੂ 1 ਉਹਨੇ ਕਹਿਤਾ, y ਇਕੁਅਲ ਟੂ 1 ਡਰਾ ਕਰੋ, ਤੁਸੀਂ y ਇਕੁਅਲ ਟੂ 1 ਤਾਂ ਪੂਰੀ ਦੀ ਪੂਰੀ ਲਾਈਨ ਹੀ ਹੋਏਗੀ। ਅਗਰ ਉਹ ਕਹਿੰਦਾ y ਇਕੁਅਲ ਟੂ 1 ਨੂੰ y ਧੁਰੇ ਤੇ ਰਿਪਰੈਜ਼ੈਂਟ ਕਰੋ, ਸੋ y ਧੁਰਾ ਤਾਂ ਕੱਲੀ ਲਾਈਨ ਹੀ ਸੀ ਨਾ, ਤਾਂ ਉਹ ਪੂਰੀ ਦੀ ਪੂਰੀ ਲਾਈਨ ਕਿਵੇਂ ਕਹਿ ਦੋਗੇ ਤੁਸੀਂ? ਤਾਂ y ਧੁਰੇ ਦੇ ਉੱਤੇ 1 ਅਗਰ ਦਿਖਾਣਾ ਤਾਂ 1 ਇੱਥੇ ਦਿਖਾਓਗੇ, ਕਿਉਂਕਿ x 0 ਹੋ ਗਿਆ, x 0 ਇੱਥੇ ਸੀ, ਸੋ ਉਹਦੀ ਸੀਧ ਚੱਪ ਜਾ ਕੇ ਉਹ ਦਿਖਾਤਾ ਪੁਆਇੰਟ। ਠੀਕ ਹੈ ਜੀ। ਸੋ ਜਦੋਂ ਧੁਰੇ ਤੇ ਕਹੇਗਾ ਨਾ ਦਿਖਾਣ ਨੂੰ, ਤਾਂ ਤੁਸੀਂ ਦੂਸਰੇ ਨੂੰ ਆਟੋਮੈਟਿਕਲੀ 0 ਕਰ ਦੇਣਾ, ਕਿਉਂਕਿ ਓਪੋਜ਼ਿਟ ਹੁੰਦਾ x ਧੁਰੇ ਤੇ y 0 ਤੇ y ਧੁਰੇ ਦੇ ਉੱਤੇ x 0। ਇਹ ਬੇਸਿਕ ਜੀ ਚੀਜ਼ ਸੀ ਜਿਹੜੀ ਆਪਾਂ ਗ੍ਰਾਫ ਵਿੱਚ ਸਮਝਣੀ ਹੈ, ਤੇ ਇਹਦੇ ਬੇਸ ਤੇ ਬੜਾ ਸੌਖਾ ਜਿਹਾ ਕੁਐਸਚਨ ਜਿਹੜਾ ਤੁਹਾਡੇ ETT ਦੇ ਪੇਪਰ ਦੇ ਲਈ ਆ ਸਕਦਾ ਹੈ। ਸੋ ਇਹਨੂੰ ਸਿੰਪਲ ਜਿਹਾ ਕਨਸੈਪਟ ਨਾ ਜਾਣਿਆ ਜੇ, ਬਹੁਤ ਇੰਪੋਰਟੈਂਟ ਕਨਸੈਪਟ ਸੀਗਾ ਸਾਡਾ। ਠੀਕ ਹੈ ਜੀ। ਸੋ ਇਹ ਤਾਂ ਸੀਗੀ ਜੀ ਆਪਣੀ 1 ਚਰ ਵਾਲੀ ਰੇਖਿਕ ਸਮੀਕਰਨ। ਫਿਰ ਆਪਾਂ 2 ਚਲ ਵਾਲੀ ਰੇਖੀ ਸਮੀਕਰਨ ਕਰ ਲਈ। ਠੀਕ ਹੈ ਜੀ। ਆਪਾਂ ਇਹਨੂੰ ਰੇਖੀ ਸਮੀਕਰਨ ਕਹਿੰਦੇ ਕਿਉਂਕਿ ਇਹਨਾਂ ਦਾ ਗ੍ਰਾਫ ਰੇਖਾ ਬਣਦੀ ਹੈ, ਕੋਈ ਨਾ ਕੋਈ ਇਹਨਾਂ ਦਾ ਗ੍ਰਾਫ ਰੇਖਾ ਬਣਦੀ। ਜਿਵੇਂ ਮੰਨ ਲਓ ਮੈਂ ਹੁਣ ਇੱਥੇ ਗੱਲ ਕਰਾਂ x + y = 0, ਕੀ ਹੈ ਜੀ x + y = 0 ਜਾਂ x - y = 0। ਇਹ ਇੱਕ ਮੈਂ ਕਿਹੜੀ ਸਮੀਕਰਨ ਲਿੱਤੀ ਹੈ ਜੀ? 2 ਚਲ ਵਾਲੀ, 2 ਚਰ ਵਾਲੀ ਹੈ, 2 ਚਲ ਵਾਲੀ, ਇਹ ਵਾਲੀ ਸਮੀਕਰਨ ਮੈਂ ਲੈ ਲਈ x - y = 0। ਸੋ ਇੱਥੇ ਮੈਂ ਕੀ ਕਰਦਾ ਜੀ, ਪਹਿਲਾਂ ਮੈਂ 0,0 ਭਰ ਕੇ ਦੇਖਦਾ ਇਹਦੇ ਵਿੱਚ, ਜਾਂ ਇਹ ਵੀ ਛੱਡੋ, ਮੰਨ ਲਓ ਮੈਂ x ਨੂੰ 0 ਭਰਦਾ ਤਾਂ ਮੈਂ y ਚੈੱਕ ਕਰਦਾ ਕੀ ਆਊਗਾ। x ਨੂੰ ਮੈਂ 0 ਭਰਿਆ, 0 - y = 0, -y = 0 ਤੇ y = 0। ਜਦੋਂ ਮੈਂ x ਨੂੰ 0 ਕੀਤਾ ਤਾਂ ਮੇਰਾ y ਵੀ ਕੀ ਆ ਗਿਆ? 0। ਹੁਣ ਮੈਂ ਕੀ ਕਰਦਾ, ਮੈਂ x ਨੂੰ ਭਰਦਾ 1, ਤਾਂ ਮੈਂ ਭਰਿਆ 1 - y = 0, -y = -1, ਮਾਈਨਸ ਨਾਲ ਮੈਂ ਮਾਈਨਸ ਕੱਟਤਾ, ਕੀ ਬਚਿਆ ਜੀ? y = 1। ਤਾਂ ਜਦੋਂ x 1 ਸੀ ਤਾਂ y ਵੀ 1 ਆ ਗਿਆ। ਠੀਕ ਹੈ ਜੀ। ਤਾਂ ਮੈਂ ਕੀ ਕੀਤਾ, ਮੈਂ ਗ੍ਰਾਫ ਤੇ ਗਿਆ, ਗ੍ਰਾਫ ਤੇ ਮੈਂ 0,0 ਤਾਂ ਆ ਰਿਹਾ, x 1 2 y 1 y 2। x ਜਦੋਂ 0 ਸੀ ਤਾਂ y ਵੀ 0 ਸੀ, ਮਤਲਬ 0 0 ਪੁਆਇੰਟ ਤਾਂ ਆ ਸੀ। x 1 ਸੀ ਤਾਂ y ਵੀ 1 ਸੀ, x ਜਦੋਂ 1 ਸੀ ਤਾਂ y ਵੀ 1 ਸੀ, ਮਤਲਬ ਆਹ ਵਾਲਾ ਪੁਆਇੰਟ ਹੋ ਗਿਆ। ਤੇ ਜਦੋਂ ਮੈਂ ਦੋਨਾਂ ਨੂੰ ਮਿਲਾ ਦਿਆਂ ਤੇ ਇਹ ਵਾਲੀ ਲਾਈਨ ਬਣ ਕੇ ਆਏਗੀ, ਤੇ ਇਹਨੂੰ ਤੁਸੀਂ ਉੱਤੇ ਵੀ ਖਿੱਚ ਸਕਦੇ ਹੋ, ਨੀਚੇ ਵੀ ਲੈ ਜਾ ਸਕਦੇ ਹੋ। ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਪੂਰੀ ਦੀ ਪੂਰੀ ਰੇਖਿਕ ਸਮੀਕਰਨ ਹੁੰਦੀ ਹੈ, ਇਸ ਕਰਕੇ ਅਸੀਂ ਇਸ ਨੂੰ ਰੇਖਾ ਬੋਲਦੇ ਹਾਂ ਕਿ 2 ਚਲਾਂ ਵਾਲੀ ਜਦੋਂ ਇਸ ਤਰੀਕੇ ਨਾਲ ਲਿਖੀ ਜਾਂਦੀ ਹੈ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਕਿ ਉਹ ਇੱਕ ਰੇਖਿਕ ਸਮੀਕਰਨ ਹੈ, ਕਿਉਂਕਿ ਉਹ ਰੇਖਾ ਬਣਦੀ ਹੈ ਉਹਦੇ ਤੇ ਜਾ ਕੇ। ਤੇ ਰੇਖਾ ਤੁਹਾਨੂੰ ਮੈਂ ਦੱਸਿਆ ਹੈ ਪੁਰਾਣੇ ਲੈਕਚਰਾਂ 'ਚ ਕਿ ਰੇਖਾ ਉਹ ਹੁੰਦੀ ਹੈ ਜਿਹਦੇ ਇੱਕ ਪੁਆਇੰਟ ਪਤਾ ਹੋਵੇ, ਦੂਸਰਾ ਨਾ ਪਤਾ ਹੋਵੇ। ਸੋ ਇਸ ਤਰੀਕੇ ਨਾਲ ਅਸੀਂ ਉਹਨੂੰ ਕਹਿੰਦੇ ਹਾਂ ਇਹ ਰੇਖਾ ਹੈ। ਠੀਕ ਹੈ ਜੀ। ਇਹ ਇਦਾਂ =0 ਨਹੀਂ, ਮਤਲਬ x + 3y = 2, ਇਸ ਤਰੀਕੇ ਨਾਲ ਇਹਨੇ ਸਾਰੀਆਂ ਰੇਖਿਕ ਸਮੀਕਰਨਾਂ ਹੁੰਦੀਆਂ ਨੇ। ਠੀਕ ਹੈ ਜੀ। ਸੋ ਇਹ ਸੀ ਕਨਸੈਪਟ ਸਾਡਾ ਰੇਖਿਕ ਸਮੀਕਰਨਾਂ ਦਾ। ਹੁਣ ਜਿਹੜਾ ਕੰਮ ਅਸੀਂ ਕਰਨਾ ਹੈ ਨਾ ਜੀ, ਉਹ ਕਰਨਾ 2 ਚਲ ਵਾਲੀਆਂ ਰੇਖਿਕ ਸਮੀਕਰਨਾਂ, ਨਾ ਕਿ ਸਮੀਕਰਨ। ਹੁਣ ਇੱਕ ਸਮੀਕਰਨ ਨਹੀਂ ਦਿੱਤੀ ਹੋਇਆ ਕਰੇਗੀ, ਸਾਨੂੰ 2 ਸਮੀਕਰਨਾਂ ਦਿੱਤੀਆਂ ਹੋਇਆ ਕਰਨਗੀਆਂ, ਤੇ ਉਹ ਪੁੱਛੇਗਾ ਇਹ 2 ਸਮੀਕਰਨਾਂ ਗ੍ਰਾਫ ਦੇ ਉੱਤੇ ਆਪਸ 'ਚ ਕੱਟਣਗੀਆਂ ਜਾਂ ਨਹੀਂ ਕੱਟਣਗੀਆਂ, ਜਾਂ ਦੋਨੋਂ ਰੇਖਾਵਾਂ ਇੱਕ ਦੂਜੇ ਦੇ ਉੱਤੇ ਹੈਗੀਆਂ ਨੇ, ਜਾਂ ਦੋਨੋਂ ਰੇਖਾਵਾਂ ਐਵੇਂ ਨੇ ਰੇਲ ਦੀ ਪਟਰੀ ਵਾਂਗੂ, ਜਾਂ ਦੋਵੇਂ ਰੇਖਾਵਾਂ ਇਸ ਤਰੀਕੇ ਨਾਲ ਕੱਟ ਕੇ ਜਾ ਰਹੀਆਂ ਨੇ ਕਿਸੇ ਪੁਆਇੰਟ ਤੇ। ਠੀਕ ਹੈ। ਜਾਂ ਇੱਕ ਦੂਜੇ ਦੇ ਉੱਤੇ ਨੇ। ਇਸ ਤਰੀਕੇ ਨਾਲ ਕੁਐਸਚਨ ਪੁੱਛੇਗਾ ਕਿ ਦੱਸੋ ਉਹ ਰੇਖਾਵਾਂ ਦੇਖਣ 'ਚ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ। ਸੋ ਇੱਕ ਤਾਂ ਕੰਮ ਤੁਹਾਡੇ ਕੋਲ ਇਹ ਹੈ, ਜਾਂ ਤਾਂ ਤੁਸੀਂ ਦੋਨਾਂ ਦੇ ਵਿੱਚ ਇੱਦਾਂ ਪੁਆਇੰਟ ਭਰੋ, ਇੱਦਾਂ ਲਾਈਨ ਡਰਾਅ ਕਰੋ ਤੇ ਉਹਨੂੰ ਦਿਖਾਓ ਕਿ ਇੱਦਾਂ ਹੈਗੀਆਂ ਨੇ ਜਾਂ ਨਹੀਂ ਹੈਗੀਆਂ। ਕਲੀਅਰ ਹੈ ਜੀ ਪਹਿਲੀ ਚੀਜ਼। ਸੋ ਆਪਾਂ ਪਹਿਲਾਂ ਇੱਥੇ ਚੀਜ਼ ਦੇਖਦੇ ਹਾਂ ਕਿ ਹੁਣ ਤੁਸੀਂ ਉਹਨੂੰ ਕਰ ਕਿਵੇਂ ਸਕਦੇ ਹੋ। ਸੋ ਮੈਂ ਨਾ ਤੁਹਾਨੂੰ ਇੱਥੇ ਪਹਿਲੀ ਚੀਜ਼ ਦੱਸਦਾ, ਬੜੀ ਸਿੰਪਲ ਜੀ। ਠੀਕ ਹੈ। ਫਿਰ ਆਪਾਂ ਮੈਥਡ ਤੇ ਜਾਵਾਂਗੇ, ਪਰ ਮੈਂ ਇੱਥੇ ਤੁਹਾਨੂੰ ਇੱਕ ਬੜੀ ਸਿੱਧੀ ਜੀ ਪਹਿਲੀ ਬੜੀ ਆਰਾਮ ਜਿਹੇ ਨਾਲ ਇੱਕ ਗੱਲ ਸਮਝਾ ਦਿੰਦਾ, ਜੋ ਪੇਪਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਅਤੇ ਜ਼ਰੂਰੀ ਹੈ। ਜੇ ਮੰਨ ਲਓ ਹੁਣ ਮੈਂ ਤੁਹਾਨੂੰ ਉੱਤੇ ਇੱਕ ਚੀਜ਼ ਦੱਸ ਚੁੱਕਿਆ ਕਿ ਤੁਸੀਂ ਗ੍ਰਾਫ ਕਿਵੇਂ ਬਣਾਉਣਾ ਹੁੰਦਾ। ਗ੍ਰਾਫ ਤੁਸੀਂ ਐਵੇਂ ਪੁਆਇੰਟ 1 ਭਰੋ, ਇੱਕ ਪੁਆਇੰਟ ਕੋਈ ਵੀ ਆਪਦੀ ਮਰਜ਼ੀ ਨਾਲ ਚੱਕ ਲਓ, 0 ਚੱਕ ਲਓ, ਫਿਰ ਤੁਸੀਂ y ਕੱਢ ਲਓ, ਜੋ ਆਇਆ ਉਹ ਇੱਥੇ ਲਿਖ ਦਿਓ, ਫਿਰ ਤੁਸੀਂ 1 ਭਰ ਦਿਓ, ਫਿਰ y ਨੂੰ ਦੂਸਰਾ ਭਰ ਦਿਓ। ਇਸ ਤਰੀਕੇ ਨਾਲ ਤੁਸੀਂ 2 ਪੁਆਇੰਟ ਕੱਢਣੇ ਹੈ, ਦੋਨਾਂ ਨੂੰ ਉੱਥੇ ਰੱਖਣਾ ਹੈ, ਬਾਅਦ 'ਚ ਉਹਨੂੰ ਮਿਲਾ ਦੇਣਾ। ਸੋ ਉਹ ਲਾਈਨ ਬਣ ਜਾਏਗੀ। ਫਿਰ ਦੂਸਰੀ ਲਾਈਨ ਚੱਕੋ, ਉਹਦੇ 'ਚ ਇੱਦਾਂ ਕਰੋ, ਉਹ ਜਿੱਥੇ ਕੱਟੀਆਂ ਗਈਆਂ ਜਾਂ ਨਹੀਂ ਕੱਟੀਆਂ ਗਈਆਂ ਕਿਸ ਤਰ੍ਹਾਂ ਦੀਆਂ ਹੈਗੀਆਂ ਦੇਖਣ 'ਚ, ਉਹ ਤੁਹਾਨੂੰ ਉੱਥੋਂ ਪਤਾ ਲੱਗ ਜਾਏਗਾ ਤੇ ਪੇਪਰ 'ਚ ਆਨਸਰ ਦੇ ਸਕਦੇ ਹਾਂ ਆਪਾਂ। ਠੀਕ ਹੈ ਜੀ। ਪਰ ਮੈਥਡ ਵੀ ਹੈਗੇ ਨੇ ਕਰਨ ਦੇ, ਜ਼ਰੂਰੀ ਨਹੀਂ ਵੀ ਤੁਸੀਂ ਇੰਨਾ ਮੱਥਾ ਖਪਾਈ ਕਰਨੀ ਹੈ, ਦੇਖਦੇ ਹੀ ਪਤਾ ਲੱਗ ਜਾਂਦੀਆਂ ਚੀਜ਼ਾਂ ਕਿਵੇਂ। ਪਹਿਲੀ ਗੱਲ ਮੈਂ ਇੱਥੇ ਹੌਲੀ ਹੌਲੀ ਦੱਸੂਗਾ, ਬੜੇ ਆਰਾਮ ਨਾਲ ਸਮਝਣੀਆਂ ਚੀਜ਼ਾਂ। ਅਗਰ ਤੁਹਾਡਾ ਗ੍ਰਾਫ, ਮੈਂ ਫਿਰ ਇੱਥੇ ਦੁਬਾਰਾ ਦੱਸ ਰਿਹਾ, ਆਹ ਤੁਹਾਡਾ ਗ੍ਰਾਫ ਹੈ।
ਅਗਰ ਤਾਂ ਤੁਹਾਡੀਆਂ ਦੋਵੇਂ ਲਾਈਨਾਂ ਆਪਸ ਦੇ ਵਿੱਚ ਕਿਤੇ ਵੀ ਕੱਟੀਆਂ ਗਈਆਂ, ਮੈਂ ਤਾਂ ਇੱਥੇ ਕੱਟਤੀਆਂ, ਠੀਕ ਹੈ ਜੀ। ਅਗਰ ਮੰਨ ਲਓ ਤੁਹਾਡਾ ਗ੍ਰਾਫ ਇਸ ਤਰੀਕੇ ਦਾ ਤੇ ਤੁਹਾਡੀ ਲਾਈਨ ਇਸ ਤਰੀਕੇ ਦੀ ਸੀ, ਮੰਨ ਲਓ ਇੱਥੇ ਕੱਟੀ ਗਈ, ਜ਼ਰੂਰੀ ਨਹੀਂ ਵੀ ਇੱਥੇ ਕੱਟੀ ਨਹੀਂ, ਕਿਤੇ ਵੀ ਕੱਟੀ ਸਕਦੀਆਂ ਦੋਵੇਂ ਲਾਈਨਾਂ। ਮੰਨ ਲਓ ਤੁਹਾਡੇ ਗ੍ਰਾਫ ਦੇ ਵਿੱਚ ਕਿਤੇ ਵੀ ਦੋਨੋਂ ਲਾਈਨਾਂ ਕੱਟੀਆਂ ਗਈਆਂ, ਕੀ ਹੋ ਗਈਆਂ ਜੀ? ਕੱਟੀਆਂ ਗਈਆਂ ਜਾਂ ਕੀ ਹੋ ਗਈਆਂ? ਕ੍ਰੋਸ ਕਰ ਗਈਆਂ, ਕ੍ਰੋਸ ਹੋ ਗਈਆਂ, ਠੀਕ ਹੈ। ਅਗਰ ਇਹ ਹੋ ਗਈਆਂ ਤਾਂ ਅਸੀਂ ਇਹ ਕਹਿੰਦੇ ਹਾਂ ਵੀ ਇਹਦੇ ਕੋਲ ਇੱਕ ਹੱਲ ਹੈ, ਇਹਨਾਂ ਕੋਲੇ ਇੱਕ ਹੱਲ ਹੈ। ਇੱਕ ਹੱਲ ਹੋਣ ਦਾ ਮਤਲਬ ਕੀ ਹੁੰਦਾ? ਜਿਵੇਂ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਦੱਸਦਾ, x + y = 0 ਹੈ ਤੇ x - y = 0 ਹੈ, ਠੀਕ ਹੈ ਜੀ। ਜਦੋਂ ਤੁਸੀਂ ਇਹ ਲਾਈਨ ਨੂੰ ਬਣਾਓਗੇ ਨਾ, ਇਹ ਲਾਈਨ ਐਵੇਂ ਬਣੇਗੀ ਤੇ ਜਦੋਂ ਤੁਸੀਂ ਇਹਨੂੰ ਬਣਾਓਗੇ ਇਹ ਲਾਈਨ ਐਵੇਂ ਬਣੇਗੀ, ਠੀਕ ਹੈ ਜੀ। ਸੋ ਇਹ ਦੋਨੋਂ 0 0 ਤੇ ਹੀ ਕੱਟਿੰਦੀਆਂ ਜਾ ਕੇ। ਸੋ 0 ਤੁਸੀਂ 0 0 ਇਹਦੇ 'ਚ ਭਰੋਗੇ, ਇਹਨੂੰ ਵੀ ਹੱਲ ਕਰੇਗਾ, 0 0 ਇਹਨੂੰ ਭਰੋਗੇ, ਇਹਨੂੰ ਵੀ ਸਹੀ ਕਰ ਦੇਗਾ, ਇਹਨੂੰ ਵੀ ਸਹੀ ਕਰ ਦੇਗਾ। ਤਾਂ ਮਤਲਬ ਇਹਦਾ ਇੱਕ ਹੀ ਹੱਲ ਸੀ, 0 0, ਹੋਰ ਕੋਈ ਹੱਲ ਨਹੀਂ ਹੈ। ਹੋਰ ਅਗਰ ਤੁਸੀਂ ਕੋਈ ਵੀ ਪੁਆਇੰਟ ਇਹਨਾਂ ਦੇ ਵਿੱਚ ਭਰੋਗੇ, ਉਹ ਜਾਂ ਤਾਂ ਇਹਦਾ ਆਨਸਰ ਹੋਏਗਾ ਪਰ ਇਹਦਾ ਨਹੀਂ ਹੋਏਗਾ। ਜਿਵੇਂ ਤੁਸੀਂ ਮੰਨ ਲਓ 2,2 ਭਰਨਾ ਹੈ ਤਾਂ 2,2 ਇਹਨੂੰ ਤਾਂ ਸੈਟੀਸਫਾਈ ਕਰ ਦੇਗਾ, 2 - 2 = 0, 0 = 0, ਪਰ ਇਹਨੂੰ ਨਹੀਂ ਕਰੇਗਾ। 2 + 2 = 0, ਮਤਲਬ 4 = 0 ਨਹੀਂ ਹੋ ਸਕਦਾ। ਸੋ ਇਹਦੇ ਕੋਲ ਵੀ ਇੱਕ ਹੀ ਹੱਲ ਸੀ। ਅਗਰ ਮੈਂ ਇਹ ਦੋ ਲਾਈਨਾਂ ਦੀ ਗੱਲ ਕਰਾਂ, x + y = 0, x - y = 0, ਸੋ ਇਹ ਵੀ ਇਸ ਤਰੀਕੇ ਨਾਲ ਕਾਟਵੀਆਂ ਨੇ, ਕੱਟੀਆਂ ਗਈਆਂ। ਸੋ ਇੱਕ ਹੀ ਪੁਆਇੰਟ ਜਿੱਥੇ ਕੱਟਿਆ ਗਿਆ ਉਹੀ ਉਹਦਾ ਹੱਲ ਸੀ ਤੇ ਉਹਨੂੰ ਹੀ ਅਸੀਂ ਕਹਿੰਦੇ ਕਿ ਇਹਦੇ ਕੋਲ ਇੱਕ ਹੀ ਹੱਲ ਹੋਏਗਾ। ਸੋ ਸਾਨੂੰ ਐਵੇਂ ਕਦੇ ਕੱਢ ਕੇ ਨਹੀਂ ਦਿਖਾਉਣੇ ਪੈਂਦੇ, ਅਸੀਂ ਇਹ ਅੰਦਾਜ਼ਾ ਲਾ ਲੈਂਦੇ ਗ੍ਰਾਫ ਤੋਂ ਹੀ ਕਿ ਅਗਰ ਉਹ ਇੱਕ ਜਗ੍ਹਾ ਕੱਟੀ ਗਈ, ਅਗਰ ਉਹ ਕਾਟਵੀਆਂ ਰੇਖਾਵਾਂ ਸੀ ਤਾਂ ਉਹਦਾ ਇੱਕ ਹੀ ਹੱਲ ਹੋਏਗਾ, ਉਹਦੇ ਕੋਲ ਹੋਰ ਕੋਈ ਹੱਲ ਨਹੀਂ ਮਿਲਣਾ। ਦੇਖਣ ਨੂੰ ਵੀ ਸਾਨੂੰ ਪਤਾ ਲੱਗ ਰਿਹਾ ਕਿ ਇੱਕ ਰੇਖਾ ਇੱਧਰ ਜਾ ਰਹੀ ਹੈ, ਇੱਕ ਇੱਧਰ ਜਾ ਰਹੀ ਹੈ, ਬਸ ਇੱਕ ਹੀ ਜਗ੍ਹਾ ਮਿਲੀ ਹੈ, ਇਹਦਾ ਮਤਲਬ ਉਹਦਾ ਇੱਕ ਹੀ ਹੱਲ ਹੈ। ਇਹ ਪਹਿਲੀ ਚੀਜ਼ ਸੀਗੀ, ਠੀਕ ਹੈ ਜੀ। ਮੈਂ ਦੁਬਾਰਾ ਦੱਸ ਦਿੰਦਾ, ਇੱਕ ਹੱਲ ਹੋਣਾ ਉਦੋਂ ਹੁੰਦਾ ਜਦੋਂ ਰੇਖਾਵਾਂ ਆਪਸ 'ਚ ਕੱਟੀਆਂ ਜਾਣ। ਸੋ ਮੈਂ ਇੱਥੇ ਫਿਰ ਇੱਕ ਚੀਜ਼ ਲਿਖ ਦਿੰਦਾ, ਇੱਕ ਹੱਲ ਕਾਟਵੀਆਂ ਰੇਖਾਵਾਂ, ਇੱਕ ਹੱਲ ਕਾਟਵੀਆਂ ਰੇਖਾਵਾਂ ਤੇ ਸੰਗਤ ਰੇਖਾਵਾਂ, ਠੀਕ ਹੈ ਜੀ। ਇੱਕ ਹੱਲ ਕਾਟਵੀਆਂ ਰੇਖਾਵਾਂ, ਸੰਗਤ ਰੇਖਾਵਾਂ, ਇਹ ਤਿੰਨੋਂ ਸੇਮ ਚੀਜ਼ਾਂ ਨੇ, ਇਸੇ ਨੂੰ ਹੀ ਸੰਗਤ ਕਿਹਾ ਜਾਂਦਾ। ਸੰਗਤ ਮਾਣੇ ਇਕੱਠੇ ਰਲ ਕੇ ਰਹਿਣਾ, ਤੇ ਇੱਥੇ ਉਹ ਇਕੱਠੇ ਹੋ ਗਏ। ਸੰਗਤ ਆਪਾਂ ਕਹਿੰਦੇ ਨਾ, ਸੰਗਤ 'ਚ ਬੈਠੋ ਜਾ ਕੇ। ਸੋ ਇਹ ਸੰਗਤ ਹੋ ਗਈ ਕਿ ਉਹ ਮਿਲ ਗਏ ਆਪਸ 'ਚ, ਇਹ ਸੰਗਤ ਸੀ। ਇਹ ਤਿੰਨੋਂ ਵਰਡ ਇਕੁਅਲ ਨੇ ਜੀ। ਪੇਪਰ 'ਚ ਕੋਈ ਵੀ ਵਰਡ ਪੁੱਛਿਆ ਜਾ ਸਕਦਾ ਹੈ, ਉਹ ਪੁੱਛ ਸਕਦਾ ਕਿ ਇਹ ਦੋਨੋਂ ਲਾਈਨਾਂ ਸੰਗਤ ਨੇ, ਇਹ ਦੋ ਰੇਖਾਵਾਂ ਸੰਗਤ ਰੇਖਾਵਾਂ ਨੇ ਜਾਂ ਨਹੀਂ। ਸੋ ਤੁਸੀਂ ਕਹਿਣਾ ਹਾਂਜੀ ਇਹ ਸੰਗਤ ਨੇ। ਉਹ ਪੁੱਛੇ ਇਹਨਾਂ ਦਾ ਇੱਕ ਹੱਲ ਹੈ ਜਾਂ ਨਹੀਂ, ਤੁਸੀਂ ਕਹਿਣਾ ਹਾਂਜੀ ਇੱਕ ਹੱਲ ਹੈ। ਉਹ ਪੁੱਛੇਗਾ ਰੇਖਾਵਾਂ ਕਾਟਵੀਆਂ ਨੇ, ਤੁਸੀਂ ਕਹਿਣਾ ਹਾਂਜੀ ਕਾਟਵੀਆਂ ਨੇ। ਸੋ ਕੁਝ ਵੀ ਪੁੱਛ ਸਕਦਾ ਇਹਨਾਂ ਦੇ ਉੱਤੇ, ਠੀਕ ਹੈ ਜੀ। ਆਪਾਂ ਹਰ ਇੱਕ ਕੁਐਸਚਨ ਡਿਸਕਸ ਕਰਾਂਗੇ, ਪਹਿਲਾਂ ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਸਮਝੋ, ਠੀਕ ਹੈ ਜੀ। ਇਹ ਸੀਗਾ ਕਿ ਜਦੋਂ ਕ੍ਰੋਸ ਬਣ ਜਾਂਦਾ, ਕਾਟਵੀਆਂ ਰੇਖਾਵਾਂ ਹੋ ਜਾਂਦੀਆਂ ਨੇ, ਠੀਕ ਹੈ ਜੀ। ਹੁਣ ਆਪਾਂ ਸੈਕੰਡ ਚੀਜ਼ ਦੇਖਦੇ ਹਾਂ ਗ੍ਰਾਫ ਦੇ ਉੱਤੇ। ਦੂਜੀ ਚੀਜ਼ ਮੰਨ ਲਓ ਆਪਣਾ ਗ੍ਰਾਫ ਐਵੇਂ, ਮੈਂ ਸਾਰਾ ਚਾਰਟ ਬਣਾ ਕੇ ਦੂੰਗਾ ਤੁਹਾਨੂੰ, ਬੇਫਿਕਰ ਹੋ ਜਾਓ ਬੜੇ ਆਰਾਮ ਨਾਲ, ਬਸ ਤੁਸੀਂ ਪਹਿਲਾਂ ਸਮਝੋ। ਮੰਨ ਲਓ ਇਹ ਤੁਹਾਡਾ ਗ੍ਰਾਫ ਹੈ, ਔਰ ਕੀ ਹੋਇਆ, ਜਿਹੜੀ ਤੁਹਾਡੀ ਪਹਿਲੀ ਲਾਈਨ ਸੀ ਉਹ ਆ ਹੈ, ਤੇ ਦੂਸਰੀ ਰੇਖਾ ਵੀ ਇਹਦੇ ਉੱਤੇ ਹੀ ਆ ਗਈ। ਮੰਨ ਲਓ ਇਹ ਇੱਕ ਰੇਖਾ ਤੁਸੀਂ ਬਣਾਈ AB, ਮੰਨ ਲਓ ਇਹ ਕੋਈ ਵੀ ਇੱਕ ਰੇਖਾ ਹੈ, x + 2y = 4 ਹੈ, ਮੰਨ ਲਓ ਇਹ ਆਹ ਵਾਲੀ ਰੇਖਾ ਹੈ, ਠੀਕ ਹੈ ਜੀ। ਹੁਣ ਕੀ ਹੋਇਆ, ਜਿਹੜੀ ਉਹਨੇ ਦੂਸਰੀ ਵੀ ਕੋਈ ਰੇਖਾ ਦਿੱਤੀ ਹੋਊਗੀ, ਮੰਨ ਲਓ AX + BY = C, ਕੁਛ ਵੀ ਉਹਨੇ ਦੇਤਾ, ਉਹ ਵੀ ਰੇਖਾ ਕੀ ਹੋਈ, ਐਵੇਂ ਇਹਦੇ ਉੱਤੋਂ ਲੰਘ ਕੇ ਜਾਂਦੀ ਪਈ ਹੈ, ਇਹਦੇ ਉੱਤੋਂ ਹੀ। ਉਹ ਮੰਨ ਲਓ ਕੋਈ CD ਹੈ, ਉਹ ਵੀ ਇਹਦੇ ਉੱਤੋਂ ਹੀ ਚੱਲੀ ਹੈ। ਤਾਂ ਮੈਂ ਤਾਂ ਕਿਹਾ ਨਾ ਕਿ ਤੁਸੀਂ ਇਹਨੂੰ ਵੀ ਉੱਤੇ ਖਿੱਚ ਸਕਦੇ ਹੋ, ਇਹਨੂੰ ਵੀ ਨੀਚੇ ਲਿਜਾ ਸਕਦੇ ਹੋ। ਇਹਦਾ ਮਤਲਬ ਪੂਰੀ ਲਾਈਨ ਹੀ ਇੱਕ ਦੂਜੇ ਦੇ ਉੱਪਰ ਚੜ ਗਈਆਂ ਉਹ, ਠੀਕ ਹੈ ਜੀ। ਅਗਰ ਇਸ ਤਰੀਕੇ ਨਾਲ ਵੀ ਹੋ ਜੇ, ਅਗਰ ਤੁਹਾਡੀਆਂ ਦੋਨੋਂ ਲਾਈਨਾਂ ਇਸ ਤਰੀਕੇ ਦਾ ਕੁਝ ਕਰ ਰਹੀਆਂ ਨੇ, ਤਾਂ ਅਸੀਂ ਇਹ ਕਹਿੰਦੇ ਹਾਂ ਕਿ ਇਹਦੇ ਜਿਹੜੇ ਹੱਲ ਨੇ ਉਹ ਅਨੰਤ ਨੇ, ਅਨੰਤ ਹੱਲ ਜਾਂ ਇਨਫਾਨਾਈਟ ਸੋਲਿਊਸ਼ਨ। ਮੈਂ ਇੱਥੇ ਨਾ ਇੱਕ ਹੋਰ ਚੀਜ਼ ਦੱਸਦਾ, ਜਿਹੜੀ ਪਹਿਲਾਂ ਆਪਾਂ ਟਪਾਤੀ। ਇੱਕ ਹੱਲ ਹੈ ਨਾ, ਇੱਕ ਹੱਲ ਨੂੰ ਪੰਜਾਬੀ 'ਚ ਵਿਲੱਖਣ ਕਹਿ ਦਿੰਦੇ ਆ। ਵਿਲੱਖਣ ਸਮਰੱਥਾ ਦਾ ਬੰਦਾ ਹੈ ਨਾ, ਵਿਲੱਖਣ। ਇੰਗਲਿਸ਼ 'ਚ ਹੁੰਦਾ ਯੂਨੀਕ, ਠੀਕ ਹੈ ਜੀ। ਯੂਨੀਕ ਹੱਲ ਹੋਵੇ ਉਹਦਾ। ਸੋ ਇੱਕ ਹੱਲ ਵਿਲੱਖਣ, ਇਹ ਇਹਦੇ ਲਈ ਵਰਡ ਸੀਗਾ। ਸੌਰੀ, ਵਿੱਚ ਮੈਂ ਮਤਲਬ ਗਪਲੇ ਕਰ ਜਾਂਦਾ ਹੁੰਦਾ ਕਈ ਵਾਰੀ ਕੰਮ ਕਰਵਾਉਣ ਲੱਗਿਆ, ਹੈ ਨਾ। ਸੋ ਦੂਸਰੀ ਚੀਜ਼ ਹੈਗੀ ਹੈ ਜੀ ਆਪਣੀ ਅਨੰਤ ਹੱਲ, ਕਿ ਜਦੋਂ ਇੱਕ ਰੇਖਾ ਦੂਸਰੀ ਰੇਖਾ ਦੇ ਉੱਪਰ ਹੀ ਚੜ ਜੇ ਤਾਂ ਅਸੀਂ ਕਹਿੰਦੇ ਉਹਦੇ ਅਨੰਤ ਹੱਲ ਹੈ। ਕਿਉਂਕਿ ਤੁਸੀਂ ਕੋਈ ਮਰਜ਼ੀ ਪੁਆਇੰਟ ਭਰੋ, ਉਹ ਦੋਨਾਂ ਨੂੰ ਹੀ ਮਤਲਬ ਸੈਟਿਸਫਾਈ ਕਰ ਦੇਗਾ।
ਦੋਨਾਂ ਵਿੱਚ ਹੀ ਭਰਨ ਤੇ ਉਹਨਾਂ ਨੂੰ ਸੈਟੀਸਫਾਈ ਕਰੀ ਜਾਏਗਾ, ਕਿਉਂਕਿ ਤੁਸੀਂ ਆਹ ਪੁਆਇੰਟ ਚੱਕਿਆ, ਇਹ ਵੀ ਦੋਨੋਂ ਰੇਖਾਵਾਂ ਨੂੰ ਆ ਰਿਹਾ, ਇਹ ਵਾਲਾ ਪੁਆਇੰਟ ਵੀ ਦੋਨਾਂ ਰੇਖਾਵਾਂ 'ਚ ਆ ਰਿਹਾ, ਇਹ ਵੀ ਆ ਰਿਹਾ। ਸੋ ਤੁਸੀਂ ਤੇ ਸਾਨੂੰ ਪਤਾ ਇੱਕ ਰੇਖਾ ਦੇ ਉੱਤੇ ਅਨੰਤ ਪੁਆਇੰਟ ਹੁੰਦੇ ਹੈ। ਸੋ ਇਹਦਾ ਮਤਲਬ ਅਨੰਤ ਪੁਆਇੰਟ ਹੀ ਇਹਨਾਂ ਦੋ ਰੇਖਾਵਾਂ ਨੂੰ ਸੈਟੀਸਫਾਈ ਕਰ ਰਹੇ ਹੈ। ਇਹਦਾ ਮਤਲਬ ਇਸ ਦੋ ਰੇਖਾਵਾਂ ਦੇ, ਇਹਨਾਂ ਦੋ ਰੇਖਾਵਾਂ ਦੇ ਅਨੰਤ ਹੱਲ ਹੈਗੇ ਨੇ, ਇਨਫਾਈਨਾਈਟ ਸੋਲਿਊਸ਼ਨਸ ਹੈਗੇ ਨੇ। ਠੀਕ ਹੈ ਜੀ। ਸੋ ਇਹਨਾਂ ਰੇਖਾਵਾਂ ਨੂੰ ਕਿਹੜਾ ਹੱਲ ਕਿਹਾ ਜਾਂਦਾ ਹੈ? ਸੰਪਾਤੀ ਰੇਖਾਵਾਂ ਵੀ ਕਿਹਾ ਜਾਂਦਾ। ਜਿਵੇਂ ਉੱਥੇ ਸੀਗਾ ਸੰਗਤ ਰੇਖਾਵਾਂ, ਇਹਨਾਂ ਨੂੰ ਕਿਹਾ ਜਾਂਦਾ ਸੰਪਾਤੀ ਰੇਖਾਵਾਂ। ਕਿਹੜੀਆਂ ਕਹੀਆਂ ਜਾਂਦੀਆਂ ਜੀ? ਸੰਪਾਤੀ ਰੇਖਾਵਾਂ ਕਿਹਾ ਜਾਂਦਾ ਜੀ ਇਹਨਾਂ ਨੂੰ। ਮੈਂ ਫੇਰ ਇੱਥੇ ਦੱਸਦਾ, ਇਹਨਾਂ ਨੂੰ ਕੀ ਕਿਹਾ ਜਾਂਦਾ ਜੀ? ਸੰਪਾਤੀ। ਤੇ ਜਾਂ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ? ਇੱਕ ਰੇਖੀ। ਵੀ ਇੱਕੋ ਹੀ ਰੇਖਾ ਆ ਗਈ ਨਾ, ਇੱਕ ਰੇਖੀ ਸਮੀਕਰਨ। ਸੋ ਅਨੰਤ ਹੱਲ, ਸੰਪਾਤੀ ਰੇਖਾਵਾਂ ਤੇ ਇੱਕ ਰੇਖੀ। ਕਲੀਅਰ ਹੈ ਜੀ। ਇਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਜਿਹੜਾ ਕਰ ਸਕਦੇ ਹੋ। ਤੀਸਰੀ ਚੀਜ਼ ਆ ਗਈ, ਤੀਸਰੀ ਆ ਗਈ, ਤਿੰਨ ਹੀ ਕੰਡੀਸ਼ਨਾਂ ਹੁੰਦੀਆਂ ਜੀ, ਦੋ ਆਪਾਂ ਕਰ ਚੁੱਕੇ, ਤੀਜੀ ਆ ਗਈ ਕਿ ਜੇਕਰ ਦੋਵੇਂ ਰੇਖਾਵਾਂ ਆਪਸ 'ਚ ਇਸ ਤਰੀਕੇ ਨਾਲ ਹੋਣ, ਰੇਲ ਦੀ ਪਟਰੀ ਵਾਂਗੂ ਸਮਾਨਾਂਤਰ ਹੋਣ, ਹਨਾ, ਸਮਾਨਾਂਤਰ ਹੋਣ, ਤਾਂ ਅਸੀਂ ਇੱਥੇ ਕਹਿੰਦੇ ਕੋਈ ਹੱਲ ਨਹੀਂ, ਕੋਈ ਹੱਲ ਨਹੀਂ, ਕਿਉਂਕਿ ਇਹਨਾਂ ਨੇ ਆਪਸ 'ਚ ਕਦੇ ਕਿਤੇ ਮਿਲਣਾ ਹੀ ਨਹੀਂ। ਜੇ ਦੋਨੋਂ ਕਿਤੇ ਮਿਲੀਆਂ ਹੀ ਨਹੀਂ ਤਾਂ ਇਹ ਜਿਹਾ ਕਿਹੜਾ ਪੁਆਇੰਟ ਹੋਏਗਾ ਜਿਹੜਾ ਦੋਨਾਂ ਕੋਲ ਹੋਏਗਾ? ਕੋਈ ਵੀ ਨਹੀਂ। ਤਾਂ ਇਹਦਾ ਮਤਲਬ ਉਹਦਾ ਕੋਈ ਹੱਲ ਨਹੀਂ, ਉਹਦਾ ਕੋਈ ਹੱਲ ਨਹੀਂ। इंग्लिश जे मैं कहा था नो सोल्यूशन, इंग्लिश से कह रही है नो सोल्यूशन। ठीक है जी। जे इनू जेकर मैं संपाती ते संगत की फॉर्म च कहा तो यह हो जाती जी असंगत रेखावां, मतलब असंगत, ये संगत च ही नहीं आउणगियां कदे। ठीक है जी। असंगत रेखावां, ठीक है जी। समानांतर रेखावां, की हो गया जी? समानांतर रेखावां मतलब कोई हल नहीं, समांतर रेखावां ते असंगत रेखावां। क्लीयर है जी। मेरे हिसाब नाल हुण तुहानूं क्लीयर हो गया होगा भी ये किवें हैगीआं। पर फिर दिक्कत वही आ गई आपां नूं बई तुहानूं हर वारी ग्राफ बना बना के क्यों देखने पैणगे? ये तो बड़ा औखा जिहा काम हो जाऊगा। मतलब 1 मिनट दे विच तुसीं एक क्वेश्चन करना है तो तुसीं ग्राफ बना बना के थोड़ी देख लोगे उन्हां चीज़ां नूं। ठीक है। फिर आपां एक इंटरस्टिंग जी चीज़ लैके आउणे आ। इंटरस्टिंग जी चीज़ की हुंदी है? मैनूं ना अगला पेज ही यूज़ करना पैना। मैं अगला पेज ही यूज़ करदा हुण। सब तो इंपॉर्टेंट चीज़ हुण डिस्कस होने जा रही है, जिन्हों तुसीं 10 सैकेंड दे विच पेपर च क्वेश्चन कर दोगे। एक हल है कि नहीं है, बहुत सारे हल है, अनेक हल है, सिर्फ 10 सैकेंड दे विच चुटकी दे विच तुसीं जिहड़ा ओहदा काम कर दोगे। ठीक है। हुण मेरी गल नूं ध्यान नाल सुनना है। दो रेखावां ने जी तुहाडे कोल समीकरण। पहली रेखा मान लो A1x A2y बराबर A3 कह लो, चलो A3। ठीक है जी। दूसरी रेखा है B1x प्लस B2y प्लस B इक्वल टू B3। इस तरीके नाल मैं दिखता नहीं पिया कि आलो कमेंट कर दिया करो तुसी। A1x प्लस A2y बराबर A3, ये पहली लाइन है जी। दूसरी लाइन है B1x प्लस B2y बराबर B3, ये दूजी लाइन आ गई साडे कोले। क्लीयर है जी। हुण मैं की कहना, मैं इहनूं होर भी तरीके नाल लिख देना। किताबां 'च ऐ लिखिया हुंदा कई वारी A1x प्लस B1y बराबर C1, A2x प्लस B2y बराबर C2। तुसीं किताबां 'चों ऐ पढ़दे हो, तुहानूं ज़्यादातर ये दिखदा होऊगा शायद, या तुसीं कोई कोचिंग लित्ती होगी उत्थे भी इदां ही दिखाया होऊगा। सो ये वाली चीज़ हो गई जिस तरीके नाल। ठीक है जी। सो इन्हां तो भी तुसीं सीधा दस, क्योंकि लाइनां तो हमेशा इस तरीके दी ही आउणगियां ना। मान लो उन्हें कहता x प्लस 2y बराबर 2 है, तो इत्थे A1 हो गया जी 1 ते B1 हो गया 2 ते C1 हो गया 3। सो इस तरीके नाल तुसीं लभ सकदे हो। उस तरह नाल A2 B2 C2 भी लभ लोगे आपदा बड़े आराम नाल, है ना। ये बड़े आराम नाल चीज़ां दिख जांदियां ने। हुण आपां जिहड़ी चीज़ करनी है वो आवली करनी है कि तुसीं की करना है, A1 दे नीचे A2 रखना है, B1 दे नीचे B2 रखना है, C1 दे नीचे C2 रखना है। ठीक है जी। मैं इत्थे बड़े हुण एक वधिया जिहा चार्ट बनाउण लग्गिया। तुसीं की करना है जी, A1 दे नीचे A2 रखना है, B1 दे नीचे B2 रखना है ते C1 दे नीचे C3 रखना है। क्लीयर है जी। मैं इत्थे लिख ही देना पूरा चार्ट। B1 B2 C1 C2 A1 A2 B1 B2 C1 C2। ठीक है जी। ये मैं लिखती चीज़ां। हुण ना तुसीं ये तीनों चीज़ों नूं बड़े ध्यान नाल समझना है।
मैं इत्थे फिर एक चीज़ तुहानूं दस दियां, बड़े ही ध्यान दे नाल हुण तुसीं इत्थों एक चीज़ नूं समझना है कि अगर तां ये तीनों ही चीज़ां बराबर ना होईयां, अगर तां ये तीनों ही चीज़ां बराबर ना होईयां तां उनदा एक हल होएगा। की होएगा जी? उहदा एक हल होएगा। अगर ये तीनों बराबर ना होईयां तां उन्हां दा एक हल होएगा, मतलब यूनीक हल होएगा, यूनीक सोल्यूशन होएगा। मतलब संगत रेखावां हो गईयां, मतलब काटवीआं रेखावां हो गईयां। मैं सारा कुछ डिस्कस कर चुकिया, मैं फिर इत्थे दसता बस तुहानूं एक सीधी गल च A1 बटा A2 B1 बटा B2 C1 बटा C2 अगर सारा कट कटा के वो एवें बराबर ना आए ना, तीनों ही बराबर नहीं होने चाहिए, सो उन्हां दा की होएगा एक हल संगत काटवीआं रेखावां। ठीक है जी। अगर तुसी तीनों रेशो करके रखियां, तुसी तीनों रेशो करके रखियां तो की होया, ए वालियां दो बराबर नहीं आईयां, लास्ट वालियां दो, ये दोनों बराबर आ गए। ठीक है जी, ये दोनों बराबर आ गए, पर दूसरा जिहड़ा तीसरी दे बराबर नहीं आया। सो असीं कहने आ कोई हल नहीं, कोई हल नहीं। ਇਹਦਾ ਕੀ ਹੋ ਜਾਏਗਾ जी? कोई हल नहीं, इन्हां दा कोई हल नहीं होएगा, मतलब इंग्लिश नो सोल्यूशन। जो कोई हल नहीं मतलब असंगत रेखावां, मतलब समानांतर रेखावां, मतलब समानांतर रेखावां, मतलब पैरेलल लाइन्स। ठीक है जी, पूरा चार्ट बनाता मैं हुण तुहानूं, देख लो। और तीसरी आ गई कि अगर तीनों ही बराबर हो गईयां, पहला असीं कि तीनों ही बराबर नहीं तो एक हल। जे मैं कहता चलो दो बराबर कर लो, एक नूं छूट है ना बराबर होवे, तो असीं कहता कोई हल नहीं। हुण अगर जे तीनों ही बराबर हो गईयां तो असीं कहने आ जी अनंत हल, अनंत हल, इनफानाइट सोल्यूशन। बहुत सारे सोल्यूशन है जिन्हां दी गिनती नहीं हो सकती। तो लाइन की हो जाएगी जी? लाइन हो जाएगी संपाती रेखावां, संपाती रेखावां। क्लीयर है जी? कोई होर वर्ड रह गया होएगा मेरे हिसाब नाल पिछे, जे मैं कोई होर वर्ड भी तुहानूं दसदा होवे इहदे लई, सो आपां वो भी लिख सकते हैगे आ इत्थे। ठीक है जी, आप इत्थे कोई होर जिहड़ा क्वेश्चन है उहनूं कीता होएगा, सो आपां उहदे च उहनूं भी दस सकते हैं कि उन्होंने किवें जिहड़ा इहदे विच दस्सिया होया। ठीक है जी, मैनूं लगदा है आपां कोई क्वेश्चन इहदे विच, पता नहीं पेज कित्थे रखता मैं, चलो कोई गल नहीं। ठीक है जी, सो बेसिक जिहड़ा इहदे अंदर आइडिया सी यही सीगा, हालांकि इत्थे दस्सिया आ रहा समांतर रेखावां, असंगत रेखावां कोई हल नहीं, एक रेखी संपाती रेखावां अनंत हल। हाँ, इत्थे आ गया एक रेखी, इहनूं असीं एक रेखी भी कह सकते हैं। सो बेसिक जी 10 सैकंड की हुण ट्रिक की आई, ये ट्रिक आ गई अपने कोले। मान लो हुण मैं इत्थे क्वेश्चन की एग्जाम्पल करवा दिना, जिवें x प्लस 2y बराबर 2 सी, एक क्वेश्चन आ गया 4x प्लस 8y बराबर 16, 4x प्लस 8y बराबर 16 आ गया। हुण मान लो मैं A1 किया, A1 1 है, A2 4 है, B1 किया 2 सी, A 8 सी, C1 बटा C2 मतलब 2 बटा 16 करता। सो हुण की होया, इहनूं मैं कट्टिया तो 1 बटा 4 आ गया, इहनूं कट्टिया तो 1 बटा 8 आया, मतलब पहले दो बराबर है, दूसरा तो तीसरा बराबर नहीं हैगे। पहले दो बराबर है, दूसरा तो तीसरा बराबर नहीं हैगे, मतलब कोई हल नहीं। सो तुसी बिना ग्राफ ड्रॉ किते सीधा कह सकते हो इहदा कोई हल नहीं। बिना ग्राफ ड्रॉ किते तुसी कह दोगे ये रेखावां असंगत ने, बिना ग्राफ ड्रॉ किते तुसी कह दोगे रेखावां समानांतर ने, ये पैरेलल ने, इन्हां कोल कोई सोल्यूशन नहीं हैगा। गल लगी जी समझ मैं किवें कह सकदा? ठीक है जी, जिवें मान लो आ क्वेश्चन सी जिहड़ा मैं पिछे दस्सिया सी, x प्लस वाई बराबर 0 तो x माइनस वाई बराबर 0। ठीक है जी, हुण इत्थे की होया, 1 बटा 1, 1 बटा माइनस 1 तो 0 बटा 0, ਇਹਦਾ मतलब ये तो पहला ही बराबर नहीं है दोवें, तो 1 नाल 1 कट्टिया वो मतलब 1 बटा 1 ही है, इत्थे माइनस आ गया मतलब ये भी बराबर नहीं, तीनों ही बराबर नहीं है। जो तीनों बराबर ना होने का मतलब एक हल, तो आप पिछे करके हटे सी कि इनका हल जो है वो 0,0 सीगा, इन्हां दा x प्लस वाई बराबर 0 तो x माइनस वाई बराबर 0, इन्हां दा एक ही हल सी, वो सीगा 0,0। सो डायरैक्ट तुसी कितना को टाइम लगता है, 10 सैकंड नहीं लगते इनू करन दे विच, ते तुसी सारियां ग्राफिकल अप्रोचेस या कुछ भी जिहड़ा भी तुसी करना हुंदा है वो बिल्कुल इहदे नाल 10 सैकंड दे विच जिहड़ा है वो हल हो जाता है। क्लीयर है जी? बड़े सौखे तरीके नाल जिहड़ा तुसी इस नूं कर सकदे हो कि इन्हां दा एक हल है कि नहीं है। क्वेश्चन ये उठदा है
कि हुण तुहानूं ये किवें पता लगेगा भी इहदा एक हल जो सीगा वो सीगा की, क्योंकि ये ट्रिक ने तो दसता एक हल है, संगत है, काटवियां है, कोई हल नहीं, समांतर ने, असंगत ने, अनंत है, संपाती ने, एक रेखी है। ये तो चलो ठीक है मान लिया, पर जो असीं कहने एक हल है तो एक हल है किहड़ा, ये किवें पता लगेगा। मतलब ये लिए एक क्वेश्चन खड़ा होर हो जाता है कि जेकर उन्हें पूछ लिया कल नूं कि जेकर इहदा एक हल है तो एक हल है किहड़ा, ये दसो। तो पहली गल तो यह है कि ऑप्शन भी तुहानूं देगा 4, तुसीं करना चारों ऑप्शनां नूं दोनों रिकमां दे विच पुट करके देखी जाना, जिहड़ा दोनों नूं सैटिस्फाई कर गया ਉਹਦਾ आंसर होएगा। पहली गल तो अगर वो भी नहीं करना तो आप एक मैथड करांगे, उस मैथड का नाम है जी 2312 मैथड, या एक मैथड का नाम असीं कह देने तिरछी गुणा विधि मैथड, तिरछी गुणा मैथड या तिरछी गुणा विधि, पंजाबी च विधि हो गया है ना। सो ये वाला पर तुसीं इस चार्ट नूं जिहड़ा है चंगी तरह जिहड़ा है वो कर लेना है, ते इस चार्ट दे नाल असीं इस नूं करना है कि जेकर एक हल है तो एक हल होएगा कि उहनूं असीं करना है इस मैथड दे नाल। ते जदों आएगा कोई हल नहीं तो हल क्यों पूछेगा, वो सिर्फ इन्ना ही पूछेगा इहदा कोई हल है कि नहीं है, रेखावां पूछ लेगा या इस तरीके नाल पूछ लेगा। सो असीं इस तरीके नाल क्वेश्चन जिहड़े कर देने ने। क्लीयर है जी। पहला मैं जिन्ना काम करवाया ये आप क्वेश्चन डिस्कस कर लेने, इस तो बाद का जोड़ा काम है वो फिर आप पहला फिर मैथड करांगे, फिर वो क्वेश्चन कर लाँगे। ठीक है जी। सो आप पहला ये क्वेश्चन करते हैं जोड़ा मैथड आप कर चुके हैं। क्लीयर है जी। जिन्ना काम मैं करवाता हूँ आप क्वेश्चन करते हैं। बी रेडी है, चुटकी मार के एक्टिव हो जाओ। हूँ पहला समीकरण y बराबर 10 का अलेख एक रेखा होंगी, अलेख है जी ग्राफ, ग्राफ केड़ी रेखा होंगी है y इक्वल टू 10 का, आ एक्स है जी, आ वाई है, वाई इत्थे किते 10 होएगा तो उन्हें कहा y इक्वल टू 10 का अलेख एक रेखा होंगी है। सो हुणे देखो उन्हें किते भी y तुरा नहीं गल की, जे तुरा कहता फिर आप एक्स नूं 0 लैके चलना सी। उन्होंने कहता y इक्वल टू 10 दसो की, तो y इक्वल टू 10 तो पूरी पूरी लाइन है, तो y इक्वल टू 10 हुण किहदे समानांतर होगी, एक्स तुरे दे समानांतर हुई। सो ऑप्शन बी सीधा सीधा आंसर हो गया। दूसरी चीज़ सेम क्वेश्चन फॉर एक्स इक्वल टू 6, एक्स इक्वल टू 6 दे लिए चार ऑप्शंस ने, हुण आंसर दसो की होएगा। तो एक्स इक्वल टू 6 इत्थे किते 6 पिया होएगा, तुसीं ये लाइन खिंचती तो एक्स इक्वल टू 6 हुण की होया वाई तुरे दे समानांतर हो गया। सो उहदे लई आंसर जिहड़ा वो सी हो जाएगा। क्लीयर है जी। सो इस तरीके नाल बड़े सौखे तरीके नाल क्वेश्चन जिहड़े हो जाते हैं। जेकर दो रेखिक समीकरणों का ग्राफ एक दूजे नूं कट्टे, जेकर किसी दो रेखिक समीकरणों ने ग्राफ एक दूजे नूं कट जाए तो समीकरणों का हल की हुंदा है। जो दोनों कट जान तो इसका मतलब एक हल है। ठीक है जी। जो कट जान तो मतलब एक हल है। उस तो बाद आगे समीकरण आ ते आ इहदा किन्ने हल हैगे, आप कुछ नहीं करना, एक्स माइनस 2y बराबर 4, 3x माइनस 6y बराबर 11, 1/3 माइनस 2/-6, 4/11 तीनों रख ले जी। इन्हों हुण कट्टन ते आ जाओ, ये 1/3 कटीना ही नहीं, माइनस में माइनस कटता 2 नाल 6 कट्टा 1/3, ये 4/11 कटी नहीं सकता। पहले दो बराबर ने, तीजा बराबर नहीं हैगा, पहले दो बराबर ने, तीजा बराबर नहीं हैगा। जल्दी 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 बोलो, जल्दी की हल हैगे ने इहदे। पहले दो बराबर ने, तीजा बराबर नहीं हैगा, मतलब कोई हल नहीं। की हो गया जी, कोई हल नहीं, मतलब ऑप्शन बी डायरेक्ट। समीकरण 2 ने जी 2x + 3y बराबर 4, 4x + 6y बराबर 8, ये आ जाओ जी। तो 2/4, 3/6, 4/8 ये आगे कट के जी 1/2, ये भी 1/2, ये भी 1/2, मतलब तीनों बराबर आ गए, मतलब अनंत हल हो गया जी अपना। तीनों बराबर आ गए मतलब अनंत हल, डायरेक्ट क्वेश्चन अनंत। इत्थे अनंत नहीं हैगा, पर की है जी संगत, असंगत ते संपाती, कोई चक्कर नहीं। आप नाल ही लिखा होया, इत्थे की लिखा होया सी संपाती, की लिखा होया जी इत्थे संपाती, तो फिर अपना आंसर हो गया जी सी, संपाती रेखावां। बिल्कुल डायरेक्ट क्वेश्चन 10 सैकेंड दे विच। ठीक है जी। फिर वो गल करता के दा मान पता करो जिस लिए समीकरण, ये दो समीकरण देतियां जी, इसलिए पुछदा कोई हल ना होवे, कोई हल ना होवे। कोई हल ना होवे दे मतलब की हुंदा है, पहलियां दो बराबर रखनियां ने, तीजी बराबर नहीं करनी। तो असीं करना पहलियां दो नूं बराबर रख दिंने आ। पहलियां दो की ने जी, पहली है 3/k बनेगा, दूसरा बनेगा -4/3, इन्हां नूं बराबर रख दो। ठीक है जी। तिरछी गुणा कर दो, तिरछी गुणा क्या है, -4k बराबर 3 × 3 9, के की आ गया जी 9/-4, या ये कह लो माइनस का 9/4। किहड़ा ऑप्शन है जी अपना, ऑप्शन बी डायरैक्ट आंसर 10 सैकेंड दे विच। क्लीयर है जी। समझ आया तुहानूं? रिवाइंड करके देख लिया जी, क्योंकि वीडियोज़ का फायदा यही हुंदा है कि तुसीं रिवाइंड करके देख सकते हो किसी भी टाइम, है ना। नॉर्मल हुंदा है कि असीं पुछ नहीं सकते, इत्थे रिवाइंड करके तुसीं देख सकते हो। दूसरा कि समीकरण 2x - 10 = 0 का हल है,
ਸੋ ਇਹਦਾ ਹੱਲ ਕੀ ਹੋਏਗਾ? ਸੋ ਇੱਕ ਤਾਂ ਚੀਜ਼ ਹੈ ਜੀ, ਹੱਲ ਕਿਵੇਂ ਹੁੰਦਾ ਹੈ, ਤੁਸੀਂ 2x ਮਾਈਨਸ 10 ਬਰਾਬਰ 0 ਸੀ ਤਾਂ ਤੁਸੀਂ 2x ਬਰਾਬਰ 10 ਕਰਤਾ, ਤੇ ਇੱਥੋਂ ਕੀ ਕਰ ਦੋ, x ਬਰਾਬਰ 10 ਬਟਾ 2, ਗੁਣਾ ਵਾਲੀ ਰਕਮ ਉਧਰ ਜਾ ਕੇ ਭਾਗ ਹੋ ਗਈ ਤਾਂ ਆਨਸਰ ਆ ਗਿਆ 5। ਸੋ ਡਾਇਰੈਕਟ ਲਾ ਸਕਦੇ ਹੋ, ਜਾਂ ਆਪਸ਼ਨਾਂ 'ਚੋਂ ਜਾ ਸਕਦੇ ਹੋ, ਜਿਵੇਂ ਪਹਿਲਾ ਆਪਸ਼ਨ ਭਰੋਗੇ x ਦੀ ਥਾਂ ਤੇ 5 ਤਾਂ 5 ਮਾਈਨਸ 10 ਬਰਾਬਰ 0, 5 ਦੂਣੀ 10 ਮਾਈਨਸ 10 ਬਰਾਬਰ 0, 0 ਬਰਾਬਰ 0। ਜਿਸ ਨੇ ਵੀ ਇਸ ਰਕਮ ਨੂੰ 0 ਕਰਤਾ ਉਹੀ ਉਹਦਾ ਹੱਲ ਹੋਏਗਾ। ਸੋ ਬਾਏ ਆਪਸ਼ਨ ਵੀ ਜਾ ਸਕਦੇ ਹੋ, ਬਾਏ ਆਪਸ਼ਨਸ ਵੀ ਜਾ ਸਕਦੇ ਹੋ, ਐਂਡ ਬਾਈ ਆਪਸ਼ਨਸ ਵੀ ਜਾ ਸਕਦੇ ਹੋ, ਐਂਡ ਤੁਸੀਂ ਇਕੁਅਲ ਟੂ 0 ਰੱਖ ਕੇ ਜਿਵੇਂ ਉਹਨਾਂ ਨੇ ਦਿੱਤਾ ਹੈ ਉਸ ਨੂੰ ਹੱਲ ਵੀ ਕਰ ਸਕਦੇ ਹੋ। ਸੋ ਇਸ ਤਰੀਕੇ ਨਾਲ ਵੀ ਜਿਹੜਾ ਕੁਐਸਚਨ ਹੈ ਤੁਹਾਡਾ ਉਹ ਹੋ ਸਕਦਾ ਹੈ। ਕਲੀਅਰ ਹੈ ਜੀ? ਬੜੀ ਇੰਪੋਰਟੈਂਟ ਚੀਜ਼ ਸੀਗੀ ਇਹ, ਜਿਸ ਨੂੰ ਤੁਸੀਂ ਕਰਨਾ ਹੈ ਧਿਆਨ ਨਾਲ। ਹੁਣ ਆਪਾਂ ਜਿਹੜੀ ਨੈਕਸਟ ਚੀਜ਼ ਕਰਨੀ ਹੈ ਉਹ ਹੈਗੀ ਹੈ ਜੀ ਮੈਥਡ, ਕਿਉਂਕਿ ਉਹਨੇ ਕਿਹਾ ਇੱਕ ਹੱਲ ਹੋਵੇ ਤਾਂ ਉਹ ਹੱਲ ਹੋਏਗਾ ਕਿਹੋ ਜਿਹਾ ਉਹ ਦੱਸੋ। ਸੋ ਉਹਦੇ ਨੂੰ ਦੱਸਣ ਲਈ 2312 ਜਿਹੜਾ ਮੈਂ ਦੱਸਿਆ ਤੁਹਾਨੂੰ, ਜਾਂ ਮੈਂ ਦੱਸਿਆ ਸੀ ਤਿਰਛੀ ਗੁਣਾ ਵਿਧੀ। ਠੀਕ ਹੈ ਜੀ, ਇਹ ਆਪਾਂ ਜਿਹੜੀ ਆ ਹੁਣ ਕਰਨ ਜਾ ਰਹੇ ਹਾਂ। ਫਿਰ ਜਿਹੜੇ ਹੁਣ ਚੈਨਲ ਤੇ ਹੈਗੇ ਨੇ, ਫਿਰ ਕਹਿਣਾ ਵੀਡੀਓ ਤੁਸੀਂ ਇੰਨੀ ਸਾਰੀ ਦੇਖ ਲਈ ਹੈ ਤੇ ਤੁਸੀਂ ਜ਼ਰੂਰ ਜਿਹੜਾ ਹੈ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ, ਲਾਈਕ ਜ਼ਰੂਰ ਕਰੋ। ਤੁਹਾਡੇ ਘਰ 'ਚ ਜਿੰਨੇ ਫੋਨ ਨੇ ਸਾਰਿਆਂ ਤੋਂ ਦੱਬ ਕੇ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਲਈ ਤਾਂ ਫ੍ਰੀ ਹੈ, ਬਟ ਜਿਹੜਾ ਸਾਨੂੰ ਜਿਹੜਾ ਹੈ ਉਹ ਇੱਕ ਫਾਈਨੈਂਸ਼ੀਅਲੀ ਬੈਨੀਫਿਟ ਜਿਹੜਾ ਹੈ ਉਹ ਹੋ ਜਾਂਦਾ ਹੈ, ਥੋੜਾ ਬਹੁਤ ਫਾਈਨੈਂਸ਼ੀਅਲੀ ਬੈਨੀਫਿਟ, ਜਿਹਦੇ ਲਈ ਅਸੀਂ ਭੱਜੇ ਫਿਰਦੇ ਹੁੰਦੇ ਹਾਂ ਸਾਰੇ। ਸੋ ਉਹ ਹੋ ਜਾਂਦਾ ਹੈ। ਸੋ ਇਸ ਕਰਕੇ ਘਰ ਵਿੱਚ ਜਿੰਨੇ ਫੋਨ ਨੇ ਜ਼ਰੂਰ ਤੁਸੀਂ ਉਹਨਾਂ ਤੋਂ ਸਬਸਕ੍ਰਾਈਬ ਕਰ ਦਿਓ।